ਸਤਿ ਸ਼੍ਰੀ ਅਕਾਲ एवरीवन ਤੁਹਾਡੇ ਸਾਰਿਆਂ ਦਾ ਸਟੱਡੀ ਆਈਕਿਊ ਦੇ ਲਰਨਿੰਗ ਪਲੇਟਫਾਰਮ ਤੇ ਸਵਾਗਤ ਹੈ। ਅੱਜ ਅਸੀਂ ਪੰਜਾਬ ਪੀਸੀਐਸ ਪ੍ਰੀਲਿਮਸ 2020-21 ਦੇ ਜਿਹੜਾ ਜੀਐਸ ਦਾ ਪੇਪਰ ਹੋਇਆ ਸੀ ਉਹਦਾ ਸੈਕਿੰਡ ਪਾਰਟ ਕਰਾਂਗੇ ਡਿਸਕਸ। ਅਸੀਂ ਫਰਸਟ ਪਾਰਟ ਆਲਰੇਡੀ ਕਰ ਚੁੱਕੇ ਹਾਂ। ਸੈਟ ਏ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ। ਮਾਈ ਸੈਲਫ ਰਵਨੀਤ ਕੌਰ, ਇਹ ਮੇਰਾ ਟੈਲੀਗ੍ਰਾਮ ਚੈਨਲ ਹੈ ਰਵਨੀਤ ਕੌਰ ਆਫੀਸ਼ੀਅਲ। ਜੇ ਤੁਸੀਂ ਐਸੋਸੀਏਟ ਹੋਣਾ ਚਾਹੁੰਦੇ ਹੋ ਤੇ ਹੋ ਸਕਦੇ ਹੋ। ਅਸੀਂ ਆਲਰੇਡੀ 25 ਕੁਐਸਚਨਸ ਕਰ ਲਏ ਨੇ, ਹੁਣ ਅਸੀਂ 26 ਕੁਐਸਚਨਸ ਤੋਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ ਜਿਹੜਾ ਆਇਆ 26 ਨੰਬਰ ਤੇ ਉਹ ਕਿਹੜਾ ਸੀ? ਵਿੰਟਰ ਡੀਜ਼ਲ ਤੋਂ ਤੁਹਾਨੂੰ ਕੁਐਸਚਨ ਪੁੱਛਿਆ ਗਿਆ। ਇਹ ਕੁਐਸਚਨ ਕਿਉਂ ਪੁੱਛਿਆ ਗਿਆ? ਕਿਉਂਕਿ ਤੁਸੀਂ ਦੇਖ ਰਹੇ ਹੋ ਜੁਲਾਈ ਦੇ ਵਿੱਚ ਬਿਜ਼ਨਸ ਸਟੈਂਡਰਡ ਜਿਹੜਾ ਨਿਊਜ਼ਪੇਪਰ ਹੈ ਉਹਦੇ ਵਿੱਚ ਵਿੰਟਰ ਡੀਜ਼ਲ ਜਿਹੜਾ ਹੈ ਉਹਦੇ ਬਾਰੇ ਨਿਊਜ਼ ਆਈ ਸੀ। ਅਪਾਰਟ ਫਰਮ ਦੈਟ ਹਿੰਦੂ ਦੇ ਵਿੱਚ ਵੀ ਇਹ ਜਿਹੜਾ ਹੈ ਆਰਟੀਕਲ ਆਇਆ ਸੀ। ਸੋ ਆਪਾਂ ਇੱਥੋਂ ਸੋਚ ਸਕਦੇ ਹਾਂ ਕਿ ਕਰੰਟ ਅਫੇਅਰਸ ਦੇ ਨਾਲ ਕਿਵੇਂ ਸਾਡਾ ਕੁਐਸਚਨ ਜਿਹੜਾ ਉਹ ਕਨੈਕਟ ਹੋਇਆ। ਸਟੈਟਿਕ ਤੋਂ ਵੀ ਕੁਐਸਚਨ ਆਏ ਨੇ, ਲੇਕਿਨ ਮੋਸਟਲੀ ਜਿਹੜੇ ਕੁਐਸਚਨ ਪੁੱਛੇ ਗਏ ਇਸ ਵਾਰ ਦੇ ਪੀਸੀਐਸ ਉਹ ਕਰੰਟ ਅਫੇਅਰ ਬੇਸ ਸੀਗੇ। ਹੁਣ ਦੇਖੋ ਵਿੰਟਰ ਡੀਜ਼ਲ ਤੇ ਜਿਹੜਾ ਕੁਐਸਚਨ ਆਇਆ ਉਹਦੇ ਵਿੱਚ ਦੱਸਣਾ ਕੀ ਹੈ, ਤੁਸੀਂ 4 ਸਟੇਟਮੈਂਟ ਦੇ ਵਿੱਚੋਂ ਤੁਸੀਂ ਦੱਸਣੀ ਹੈ ਕਿ ਇਨਕਰੈਕਟ ਸਟੇਟਮੈਂਟ ਕਿਹੜੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਸਾਡਾ ਮੇਨ ਫੋਕਸ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੁਐਸਚਨ ਰੀਡ ਕਰਨ ਤੇ ਕਿ ਸਾਨੂੰ ਕਰੈਕਟ ਪੁੱਛਿਆ ਜਾਂ ਇਨਕਰੈਕਟ ਪੁੱਛਿਆ। ਇੱਥੇ ਸਾਨੂੰ ਇਨਕਰੈਕਟ ਪੁੱਛਿਆ ਹੈ। ਦੇਖੋ ਹੁਣ ਵਿੰਟਰ ਡੀਜ਼ਲ ਬਾਰੇ ਮੈਂ ਸਪੋਜ਼ ਕਰਦੀ ਹਾਂ ਕਿ ਤੁਹਾਨੂੰ ਨਹੀਂ ਪਤਾ, ਲੇਕਿਨ ਤੁਹਾਨੂੰ ਇੱਕ ਨਾਰਮਲ ਡੀਜ਼ਲ ਬਾਰੇ ਸਾਰਾ ਕੁਝ ਪਤਾ ਹੋਏਗਾ, ਠੀਕ ਹੈ। ਜੇ ਮੈਂ ਉਸ ਬੇਸ ਤੇ ਗੱਲ ਕਰਾਂ, ਨਾਰਮਲ ਡੀਜ਼ਲ ਬਾਰੇ ਗੱਲ ਕਰਾਂ ਤੇ ਜਿਹੜਾ ਸੈਕਿੰਡ ਪੁਆਇੰਟ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਜਿਹੜਾ ਵਿੰਟਰ ਡੀਜ਼ਲ ਹੁੰਦਾ ਹੈ ਉਹਦੀ ਲੋਅਰ ਸਿਟੈਨ ਰੇਟਿੰਗ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਹਾਈ ਪਰਫਾਰਮੈਂਸ ਆਫ ਇੰਜਨ ਉਹ ਪਰਫਾਰਮ ਕਰਦਾ ਹੈ। ਆਹ ਸੈਂਟੈਂਸ ਕੰਟਰਾਡਿਕਟਰੀ ਹੈ ਕਿਉਂਕਿ ਜੇ ਉਹਦੀ ਰੇਟਿੰਗ ਜਿਹੜੀ ਉਹ ਘੱਟ ਹੈ ਤਾਂ ਫਿਰ ਉਹਦਾ ਇੰਜਨ ਹਾਈ ਪਰਫਾਰਮੈਂਸ ਦੇ ਹੀ ਨਹੀਂ ਸਕਦਾ। ਜਾਂ ਤਾਂ ਇਹ ਵੀ ਹਾਈ ਹੋਗੀ ਤਾਂ ਇਹ ਵੀ ਹਾਈ ਹੋਏਗੀ, ਠੀਕ ਹੈ। ਮਤਲਬ ਇੰਜਨ ਹਾਈ ਪਰਫਾਰਮ ਉਦੋਂ ਹੀ ਕਰੂਗਾ ਜਦੋਂ ਸਾਡੀ ਰੇਟਿੰਗ ਹਾਈ ਹੋਏਗੀ, ਠੀਕ ਹੈ। ਇਹ ਸਾਰੀਆਂ ਰੇਟਿੰਗ ਫਿਊਲਸ ਦੀਆਂ ਹੁੰਦੀਆਂ ਨੇ। ਜੇ ਸਾਡੀ ਰੇਟਿੰਗ ਘੱਟ ਹੈ ਤਾਂ ਸਾਡਾ ਇੰਜਨ ਜਿਹੜਾ ਉਹ ਬੈਡਲੀ ਪਰਫਾਰਮ ਕਰੂਗਾ। ਹੁਣ ਮੈਨੂੰ ਨਹੀਂ ਵੀ ਪਤਾ ਸੀ ਆਨਸਰ ਤੇ ਕਾਮਨ ਸੈਂਸ ਨਾਲ ਤੁਸੀਂ ਇਹਨੂੰ ਕਰ ਸਕਦੇ ਸੀ, ਇਨਕਰੈਕਟ ਨੂੰ ਫਾਈਂਡ ਕਰ ਸਕਦੇ ਸੀ। ਸੈਕਿੰਡ ਜਿਹੜਾ ਇਹਦੇ ਵਿੱਚ ਹੈ ਨਾ ਆਪਸ਼ਨ ਉਹ ਸਹੀ ਆਨਸਰ ਹੈ, ਉਹ ਇਨਕਰੈਕਟ ਹੈ ਕਿਉਂਕਿ ਵਿੰਟਰ ਡੀਜ਼ਲ ਜਿਹੜਾ ਹੁੰਦਾ ਹੈ ਉਹਦੀ ਸਿਟੈਨ ਰੇਟਿੰਗ ਜਿਹੜੀ ਹੈ ਉਹ ਹਾਈ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਉਹਦੀ ਇੰਜਨ ਦੀ ਪਰਫਾਰਮੈਂਸ ਵੀ ਹਾਈ ਹੁੰਦੀ ਹੈ। ਥੋੜਾ ਜਿਹਾ ਮੈਂ ਤੁਹਾਨੂੰ ਵਿੰਟਰ ਡੀਜ਼ਲ ਬਾਰੇ ਆਪਸ਼ਨਸ ਤੋਂ ਹੀ ਦੱਸ ਦਿੰਦੀ ਹਾਂ। ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, ਜਿਵੇਂ ਅਸੀਂ ਪਹਾੜੀ ਏਰੀਆ 'ਚ ਜਾਂਦੇ ਹਾਂ ਟਰੈਵਲ ਕਰਨ ਤਾਂ ਕੀ ਹੁੰਦਾ ਵਿਸਕੋਸਿਟੀ ਮਤਲਬ ਗਾੜੇਪਨ ਕਰਕੇ ਜਿਹੜਾ ਸਾਡਾ ਫਿਊਲ ਹੁੰਦਾ ਉਹ ਜੰਮ ਜਾਂਦਾ ਹੈ, ਠੀਕ ਹੈ। ਉਹਦੇ ਕਰਕੇ ਅਸੀਂ ਟਰੈਵਲ ਨਹੀਂ ਕਰ ਸਕਦੇ। ਸਰਦੀ ਹੋਗੀ ਜਿੱਦਾਂ ਬਹੁਤ ਜ਼ਿਆਦਾ ਤਾਂ ਫਿਊਲ ਜੰਮ ਜਾਏਗਾ, ਹਨਾ, ਵਿਸਕਸ ਹੈ ਬਹੁਤ ਜ਼ਿਆਦਾ। ਲੇਕਿਨ ਵਿੰਟਰ ਡੀਜ਼ਲ ਦੀ ਪ੍ਰੋਪਰਟੀ ਕੀ ਹੈ, ਇਹਦੀ ਵਿਸਕੋਸਿਟੀ ਘੱਟ ਹੈ, ਇਹ ਘੱਟ ਗਾੜਾ ਹੈ। ਇਹਦੇ ਕਰਕੇ ਜੇ ਤੁਸੀਂ -30 ਡਿਗਰੀ 'ਚ ਵੀ ਚੱਲ ਜਾਓਗੇ ਤਾਂ ਤੁਹਾਨੂੰ ਇਹ ਡੀਜ਼ਲ ਜਿਹੜਾ ਹੈ ਆਰਾਮ ਨਾਲ ਕੰਮ ਦੇਊਗਾ। ਸੀ ਆਪਸ਼ਨ ਵੀ ਬਿਲਕੁਲ ਸਹੀ ਹੈ। ਇਹਦਾ ਸਲਫਰ ਕੰਟੈਂਟ ਘੱਟ ਹੈ ਕਿਉਂਕਿ ਨਿਊਲੀ ਡਿਵੈਲਪਡ ਇੱਕ ਡੀਜ਼ਲ ਹੈ, ਹਨਾ। ਇਹ ਘੱਟ ਪੋਲਿਊਸ਼ਨ ਦੇਗਾ, ਲੈਸਰ ਡਿਪੋਜੀਸ਼ਨ ਹੋਏਗਾ ਸਲਫਰ ਦਾ ਇੰਜਨ ਦੇ ਵਿੱਚ, ਤਾਂ ਆਬਵੀਅਸਲੀ ਪੋਲਿਊਸ਼ਨ ਵੀ ਜਿਹੜਾ ਹੈ ਉਹ ਘੱਟ ਹੋਏਗਾ। ਫੋਰਥ ਪੁਆਇੰਟ ਵੀ ਬਿਲਕੁਲ ਸਹੀ ਹੈ ਕਿ ਮੈਂ ਤੁਹਾਨੂੰ ਹੁਣੀ ਦੱਸਿਆ ਹਾਈ ਆਲਟੀਟਿਊਡ ਏਰੀਆ ਹੋ ਗਿਆ, ਲੋ ਟੈਂਪਰੇਚਰ ਏਰੀਆ ਹੋ ਗਿਆ, ਇਹਦੇ ਵਿੱਚ ਇਹ ਆਰਾਮ ਨਾਲ ਕੀ ਹੈ ਵਧੀਆ ਤਰੀਕੇ ਨਾਲ ਪਰਫਾਰਮ ਕਰ ਸਕਦਾ ਹੈ ਕਿਉਂਕਿ ਉੱਥੇ ਆਰਡੀਨਰੀ ਡੀਜ਼ਲ ਜਿਹੜੇ ਨੇ, ਜਿਹੜੇ ਪੁਰਾਣੇ ਡੀਜ਼ਲ ਨੇ ਉਹ ਅਨਯੂਜ਼ੇਬਲ ਹੋ ਜਾਂਦੇ ਨੇ ਡਿਊ ਟੂ ਹਾਈ ਵਿਸਕੋਸਿਟੀ। ਆਪਾਂ ਹਰ ਇੱਕ ਪੁਆਇੰਟ ਵੀ ਡਿਸਕਸ ਕਰਨਾ ਹੈ ਕਿਉਂਕਿ ਸਾਡੇ ਜਿਹੜੇ ਹੁਣ ਐਗਜ਼ਾਮ ਆਣੇ ਨੇ, ਚਾਹੇ ਪਟਵਾਰੀ ਹੋਵੇ ਚਾਹੇ ਕੋਈ ਵੀ ਹੋਵੇ, ਉਹਦੇ ਵਿੱਚ ਮੇ ਵੀ ਇਹਨਾਂ ਚੋਂ ਇੱਕ ਅੱਧਾ ਪੁਆਇੰਟ ਜਿਹੜਾ ਉਹ ਦੁਬਾਰਾ ਪੁੱਛਿਆ ਜਾ ਸਕੇ। ਨੈਕਸਟ ਕੁਐਸਚਨ ਕਿਹਦੇ ਤੇ ਸੀਗਾ? ਹਾਈਡਰੋ ਪਾਵਰ ਸੈਕਟਰ ਕਾਰਪੋਰੇਸ਼ਨ ਤੇ ਸੀਗਾ, ਜੋ ਕਿ ਇੱਕ ਫਲੈਗਸ਼ਿਪ ਏਰੀਆ ਇੰਡੋ ਭੂਟਾਨ ਬਾਇਲੇਟਰਲ ਰਿਲੇਸ਼ਨ ਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਪਿਛਲੇ ਸਾਲ ਇੰਡੋ ਭੂਟਾਨ ਨੇ ਬਹੁਤ ਸਾਰੇ ਹਾਈਡਰੋ ਪਾਵਰ ਐਗਰੀਮੈਂਟ ਜਿਹੜੇ ਨੇ ਉਹ ਡਿਸਾਈਡ ਕੀਤੇ, ਪਰ ਹੁਣ ਆਪਾਂ ਹਰ ਇੱਕ ਐਗਰੀਮੈਂਟ ਦਾ ਨਾਮ, ਹਰ ਇੱਕ ਹਾਈਡਰੋ ਇਲੈਕਟ੍ਰਿਸਿਟੀ ਪ੍ਰੋਜੈਕਟ ਦਾ ਨਾਮ ਤਾਂ ਯਾਦ ਰੱਖ ਨਹੀਂ ਸਕਦੇ। ਇਸ ਕਰਕੇ ਜਿਹੜਾ ਆਰਟੀਕਲ ਚੁੱਕਿਆ ਗਿਆ ਸੀ ਨਾ ਐਕਚੁਅਲ ਦੇ ਵਿੱਚ ਇਹ ਇਸੇ ਹਿੰਦੂ ਦੇ ਆਰਟੀਕਲ ਤੋਂ ਚੁੱਕਿਆ ਗਿਆ। ਸਿੱਧੀਆਂ ਸਟੇਟਮੈਂਟਸ ਹੀ ਉਹਨਾਂ ਨੇ ਚੱਕ ਲਈਆਂ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਬਸ ਇਸ ਕੁਐਸਚਨ 'ਚ ਥੋੜਾ ਹਿੰਟ ਲਗਾ ਸਕਦੇ ਸੀ ਜਾਂ ਫਿਰ ਗੈਸ ਲਗਾ ਸਕਦੇ ਸੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨੈਗੇਟਿਵ ਮਾਰਕਿੰਗ ਜਿਹੜੀ ਹੈ ਉਹ ਪੰਜਾਬ ਪੀਸੀਐਸ 'ਚ ਨਹੀਂ ਹੈ। ਹੁਣ ਆਪਾਂ ਇੰਟੈਲੀਜੈਂਟ ਗੈਸ ਥੋੜਾ ਲਗਾ ਲੈਂਦੇ ਆ। ਮੰਗ ਦੇ ਚੂ ਹਾਈਡਰੋ ਇਲੈਕਟ੍ਰਿਕ ਜਿਹੜਾ ਪ੍ਰੋਜੈਕਟ ਹੈ ਇਹ ਤਾਂ ਡੈਫੀਨਿਟਲੀ ਇੰਡੀਆ ਭੂਟਾਨ ਦਾ ਹੈ ਕਿਉਂਕਿ 1 ਸਾਲ ਤੋਂ ਨਹੀਂ ਆਲਮੋਸਟ 2 ਸਾਲ ਤੋਂ ਨਿਊਜ਼ 'ਚ ਚੱਲ ਰਿਹਾ ਹੈ। ਇਹ ਪੁਆਇੰਟ ਬਿਲਕੁਲ ਸਹੀ ਹੈ। ਜਿਹੜੇ ਦੂਸਰਾ ਪ੍ਰੋਜੈਕਟ ਹੈ ਖੋਲੋ ਗੁੱਚੂ ਪ੍ਰੋਜੈਕਟ, ਇਹ ਵੀ ਪਹਿਲਾ ਇੰਡੀਆ ਭੂਟਾਨ ਦਾ ਜੁਆਇੰਟ ਵੈਂਚਰ ਹੈ ਜਿਹੜਾ ਕਿ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇੰਪਲੀਮੈਂਟ ਕੀਤਾ ਜਾਏਗਾ। ਇਹ ਵੀ ਬਿਲਕੁਲ ਸਹੀ ਹੈ। ਤਿੰਨੋਂ ਸਟੇਟਮੈਂਟ ਐਜ਼ ਇਟ ਇਜ਼ ਹਿੰਦੂ ਦੇ ਆਰਟੀਕਲ ਤੋਂ ਚੁੱਕੀਆਂ ਗਈਆਂ ਨੇ। ਸੋ ਨਿਊਜ਼ਪੇਪਰ ਸਾਡੇ ਵਾਸਤੇ ਪੜ੍ਹਨਾ ਬਹੁਤ ਇੰਪੋਰਟੈਂਟ ਹੈ। ਹੁਣ ਦੇਖੋ ਅੱਗੇ ਤੁਹਾਨੂੰ ਕਿੰਨੇ ਸਾਰੇ ਨਾਮ ਦਿੱਤੇ, ਚੂਖਾ ਦੇਤਾ, ਕੁਰੀਚੂ ਦੇਤਾ। ਜੇ ਤੁਸੀਂ ਥੋੜਾ ਬਹੁਤ ਇੰਟਰਨੈਸ਼ਨਲ ਰਿਲੇਸ਼ਨਸ ਪੜ੍ਹੇ ਹੋਗੇ ਨਾ ਤਾਂ ਤੁਸੀਂ ਚੂਖਾ ਬਾਰੇ ਨਾ ਪੜ੍ਹਿਆ ਹੋਏਗਾ ਕਿ ਇਹ ਭੂਟਾਨ ਦੇ ਵਿੱਚ ਹੀ ਹੈ। ਇਸ ਕਰਕੇ ਤੁਹਾਨੂੰ ਇੱਥੋਂ ਥੋੜਾ ਹਿੰਟ ਮਿਲ ਸਕਦਾ ਹੈ ਕਿ ਇਹ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਜਿਹੜਾ ਹੈ ਇਹ ਵੀ ਅਸੀਂ ਬਾਇਲੇਟਰਲ ਕੋਆਪਰੇਸ਼ਨ ਦੇ ਥਰੂ ਭੂਟਾਨ ਦੇ ਨਾਲ ਕੀ ਕਰ ਰਹੇ ਹੋਵਾਂਗੇ, ਸਾਈਨ ਕਰ ਰਹੇ ਹੋਵਾਂਗੇ। ਇਹਦੇ ਤਿੰਨੋਂ ਹੀ ਪੁਆਇੰਟ ਸਹੀ ਨੇ। 1 2 3 ਇਹਦਾ ਆਨਸਰ ਹੈ। ਸਾਨੂੰ ਪੁੱਛਿਆ ਕੀ ਸੀ, ਆਪਾਂ ਇੱਥੇ ਦੇਖਿਆ ਕਰੈਕਟ ਸਟੇਟਮੈਂਟ ਸਾਡੇ ਕੋਲ ਪੁੱਛੀ ਹੈ। ਧਿਆਨ ਰੱਖਣਾ ਹੈ ਕਰੈਕਟ ਪੁੱਛਿਆ ਜਾਂ ਇਨਕਰੈਕਟ ਪੁੱਛਿਆ। ਦੇਖੋ ਅਗਲਾ ਕੁਐਸਚਨ ਕਿਤੇ 1 ਨੇਸ਼ਨ 1 ਰਾਸ਼ਨ ਕਾਰਡ ਤੇ। ਤੁਹਾਨੂੰ ਮੈਂ ਜਦੋਂ ਆਪਾਂ ਪੰਜਾਬ ਪੀਸੀਐਸ ਦਾ ਹੁਣੇ ਕੀ ਕਰ ਰਹੇ ਹਾਂ, ਕਰੰਟ ਅਫੇਅਰ ਕਵਰ ਕਰ ਰਹੇ ਹਾਂ, ਉਹਦੇ ਵਿੱਚ ਮੈਂ ਵੀ 1 ਨੇਸ਼ਨ 1 ਰਾਸ਼ਨ ਕਾਰਡ ਤੇ ਕੁਐਸਚਨ ਫਰੇਮ ਕੀਤਾ ਸੀ। ਇਹ ਟੌਪਿਕ ਬਹੁਤ ਇੰਪੋਰਟੈਂਟ ਹੈ, ਇਹਨੂੰ ਹਜੇ ਵੀ ਪੜ੍ਹਦੇ ਰਹੋ, ਕੁਐਸਚਨ ਆਉਣ ਦੇ ਚਾਂਸ ਬਹੁਤ ਜ਼ਿਆਦਾ ਨੇ। ਇਹਦਾ ਪਹਿਲਾ ਪੁਆਇੰਟ ਕੀ ਕਹਿੰਦਾ ਹੈ? ਪਹਿਲਾਂ ਤਾਂ ਆਪਾਂ ਦੇਖੀਏ ਸਾਨੂੰ ਕਰੈਕਟ ਲੱਭਣ ਵਾਸਤੇ ਕਿਹਾ ਹੈ।
ਪਹਿਲਾ ਪੁਆਇੰਟ ਕਹਿ ਰਿਹਾ ਹੈ ਕਿ ਜਿਹੜੀ ਸਕੀਮ ਹੈ ਇਹਦੇ ਨਾਲ ਕੀ ਹੋਏਗਾ, ਤੁਸੀਂ ਅਲੱਗ-ਅਲੱਗ ਸਟੇਟ ਦੇ ਜਿਹੜੇ ਬੰਦੇ ਨੇ ਉਹ ਦੂਜੀ ਸਟੇਟ ਜਾ ਕੇ ਆਪਣਾ ਰਾਸ਼ਨ ਕਾਰਡ ਯੂਜ਼ ਕਰ ਸਕਦੇ ਨੇ। ਆਬਵੀਅਸਲੀ ਜਿਵੇਂ ਕੋਈ ਮਹਾਰਾਸ਼ਟਰ ਦਾ ਬੰਦਾ ਹੈ ਯੂਪੀ ਚ ਚਲ ਗਿਆ ਤਾਂ ਉੱਥੇ ਜਾ ਕੇ ਰਾਸ਼ਨ ਕਾਰਡ ਚਲਾਊਗਾ, ਜਿਵੇਂ ਕੋਈ ਯੂਪੀ ਦਾ ਬੰਦਾ ਪੰਜਾਬ ਚ ਆ ਗਿਆ ਉਹਨੂੰ ਇੱਕੋ ਰਾਸ਼ਨ ਕਾਰਡ ਤੇ ਸਾਰੀ ਜਗ੍ਹਾ ਰਾਸ਼ਨ ਮਿਲ ਜਾਊਗਾ, ਉਹਨੂੰ ਅਲੱਗ-ਅਲੱਗ ਰਾਸ਼ਨ ਕਾਰਡ ਜਾ ਕੇ ਬਣਾਉਣਾ ਨਹੀਂ ਪਊਗਾ। ਇਹ ਸਪੈਸੀਫਿਕਲੀ ਮਾਈਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਬੈਨੀਫਿਟ ਕਰੇਗਾ। ਸੈਕੰਡ ਪੁਆਇੰਟ ਜਿਹੜਾ ਹੈ ਨਾ ਉਹ ਗਲਤ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਇਹ ਲਿਖਿਆ ਹੈ ਕਿ ਜਿਹੜੀ ਆਧਾਰ ਲਿੰਕੇਜ ਹੈ ਨਾ ਰਾਸ਼ਨ ਕਾਰਡ ਦੀ ਮਾਈਗ੍ਰੈਂਟ ਵਰਕਰ ਵਾਸਤੇ ਉਹ ਮੈਂਡੇਟਰੀ ਨਹੀਂ ਹੈਗੀ, ਲੇਕਿਨ ਇਦਾਂ ਨਹੀਂ ਹੈ। ਆਧਾਰ ਲਿੰਕ ਜਿਹੜਾ ਹੈ ਨਾ ਮਸਟ ਹੈ, ਕਿਉਂਕਿ ਹੁਣ ਕੀ ਹੋਏਗਾ ਜਿਵੇਂ ਤੁਸੀਂ ਮਾਈਗ੍ਰੇਸ਼ਨ ਕਰਕੇ ਗਏ ਹੋ ਤੇ ਤੁਹਾਨੂੰ ਰਾਸ਼ਨ ਲੈਣਾ ਹੈ ਤੁਸੀਂ, ਤਾਂ ਕਿੱਦਾਂ ਪਤਾ ਲੱਗੇਗਾ ਸਾਹਮਣੇ ਵਾਲੀ ਸਟੇਟ ਨੂੰ ਕਿ ਤੁਸੀਂ ਕਿਹੜੀ ਸਟੇਟ ਤੋਂ ਆਏ ਹੋ? ਆਧਾਰ ਲਿੰਕ ਹੀ ਤਾਂ ਕਰਵਾਉਣਾ ਪਏਗਾ ਨਾ। ਤਾਂ ਜਦੋਂ ਗਵਰਨਮੈਂਟ ਨੇ ਆਪਣੀ ਨੋਟੀਫਿਕੇਸ਼ਨ ਕੱਢੀ ਸੀ ਉੱਥੇ ਸਪੈਸੀਫਿਕਲੀ ਮੈਂਸ਼ਨ ਕੀਤਾ ਸੀ ਕਿ ਆਧਾਰ ਨੂੰ ਜਿਹੜਾ ਉਹ ਲਿੰਕ ਕਰਨਾ ਪਵੇਗਾ ਜੇ ਆਪਾਂ ਇਸ ਸਕੀਮ ਨੂੰ ਪ੍ਰੋਪਰਲੀ ਕੀ ਹੈ ਇੰਪਲੀਮੈਂਟ ਕਰਨਾ ਹੈ। ਇਸ ਕਰਕੇ ਸਾਡਾ ਜਿਹੜਾ ਸਹੀ ਆਨਸਰ ਹੈ ਉਹ ਸਿਰਫ ਕੀ ਬਣ ਜਾਂਦਾ ਹੈ, ਆਪਸ਼ਨ ਏ। ਦੂਜੀ ਸਟੇਟਮੈਂਟ ਗਲਤ ਹੈ। ਆਧਾਰ ਲਿੰਕ ਜਿਹੜਾ ਉਹ ਮੈਂਡੇਟਰੀ ਮਤਲਬ ਕੰਪਲਸਰੀ ਹੈ ਸਾਡੇ ਵਾਸਤੇ ਜੇ ਤੁਸੀਂ ਇਹਦੇ ਬੈਨੀਫਿਟਸ ਨੂੰ ਅਵੇਲ ਕਰਨਾ ਚਾਹੁੰਦੇ ਹੋ। ਕਿਹੜੀ ਸਕੀਮ ਦੇ ਬੈਨੀਫਿਟ? ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ। ਅਗਲਾ ਕੁਐਸਚਨ ਜਿਹੜਾ ਉਹ ਇੱਕ ਪਰਮਾਨੈਂਟ ਬ੍ਰਿਜ ਤੇ ਹੈ। ਇਹ ਪਾਰਟਿਕੂਲਰ ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਦਾ ਕਰੰਟ ਅਫੇਅਰ ਹੈ, ਉਹਦੇ ਵਿੱਚ ਇਹ ਕੁਐਸਚਨ ਫਰੇਮ ਹੋਇਆ। ਦੇਖੋ ਇੱਕ ਪਰਮਾਨੈਂਟ ਬ੍ਰਿਜ ਜਿਹੜਾ ਉਹ ਰਾਵੀ ਰਿਵਰ ਤੇ ਬਣਾਇਆ ਜਾ ਰਿਹਾ ਹੈ। ਕਿਉਂ ਬਣਾਇਆ ਜਾ ਰਿਹਾ ਹੈ? ਕਿਉਂਕਿ ਕਸੋਵਾਲ ਇਨਕਲੇਵ, ਇਹ ਅਸੀਂ ਬ੍ਰਿਜ ਜਿਹੜਾ ਹੈ ਨਾ ਆਪਣੇ ਕਰੰਟ ਅਫੇਅਰ ਚ ਡਿਸਕਸ ਕੀਤਾ, ਜੇ ਤੁਸੀਂ ਦੇਖੋਗੇ ਧਿਆਨ ਨਾਲ। ਇਹ ਇਨਕਲੇਵ ਜਿਹੜੀ ਹੈ ਨਾ ਪੰਜਾਬ ਦੀ, ਠੀਕ ਹੈ, ਇਹਨੂੰ ਕਨੈਕਟ ਕੀਤਾ ਜਾਏਗਾ ਇੰਡੀਆ ਪਾਕਿਸਤਾਨ ਬਾਰਡਰ ਦੇ ਨਾਲ। ਇਸ ਕਰਕੇ ਬ੍ਰਿਜ ਜਿਹੜਾ ਰਾਵੀ ਤੇ ਬਣਾ ਕੇ ਆਪਾਂ ਇੰਡੀਆ ਪਾਕਿਸਤਾਨ ਬਾਰਡਰ ਨੂੰ ਕਨੈਕਟ ਕਰਾਂਗੇ। ਬਿਲਕੁਲ ਸਹੀ ਹੈ। ਇਹਦੀ ਲੰਬਾਈ 484 ਮੀਟਰ ਹੈ, ਇਹ ਵੀ ਅਸੀਂ ਆਪਣੇ ਕਰੰਟ ਅਫੇਅਰ ਚ ਕੀਤਾ ਹੈ, ਠੀਕ ਹੈ। ਇਹ ਇੰਨਾ ਲੰਬਾ ਬ੍ਰਿਜ ਹੈ ਜਿਹੜਾ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਬਣਾ ਰਹੀ ਹੈ। ਹੁਣ ਦੇਖੋ ਜਿਵੇਂ ਕੋਈ ਵੀ ਬਾਰਡਰ ਏਰੀਆ ਦੇ ਪ੍ਰੋਜੈਕਟ ਤੇ ਬ੍ਰਿਜ ਬਣਾਏ ਜਾਂਦੇ ਨੇ ਜਾਂ ਰੋਡਸ ਬਣਾਈਆਂ ਜਾਂਦੀਆਂ ਨੇ, ਉਹ ਸਾਰੀਆਂ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਅੰਡਰ ਹੀ ਹੁੰਦੀਆਂ ਨੇ। ਤੇ ਜਿਹੜਾ ਬ੍ਰਿਜ ਬਣਾਇਆ ਜਾ ਰਿਹਾ ਹੈ ਪ੍ਰੋਜੈਕਟ ਚੇਤਕ ਦੇ ਅੰਡਰ ਬਣਾਇਆ ਜਾ ਰਿਹਾ ਹੈ। ਜਿਵੇਂ ਕਿ ਹੁਣ ਦੇਖੋ ਜਿਹੜੀ ਗੱਲ ਹੋ ਰਹੀ ਹੈ ਐਕਚੁਅਲ ਦੇ ਵਿੱਚ ਜੰਮੂ ਕਸ਼ਮੀਰ ਨਾਲ ਹੀ ਆਪਾਂ ਕਨੈਕਟ ਹੋਵਾਂਗੇ ਕਿਉਂਕਿ ਪੰਜਾਬ ਦੇ ਲਾਗੇ ਉਹੀ ਪੈਂਦਾ ਹੈ। ਇਸ ਥਰੂ ਆਪਾਂ ਕੀ ਮਤਲਬ ਜੰਮੂ ਕਸ਼ਮੀਰ ਦੇ ਥਰੂ ਲਗਾ ਲਓ ਤੁਸੀਂ, ਅਸੀਂ ਪਾਕਿਸਤਾਨ ਨਾਲ ਕਨੈਕਟ ਹੋ ਜਾਵਾਂਗੇ, ਠੀਕ ਹੈ। ਜਿਹੜੇ ਬਾਰਡਰ ਤੇ ਪ੍ਰੋਜੈਕਟ ਹੁੰਦੇ ਨੇ ਉਹ BRO ਬਣਾਉਂਦਾ ਹੈ। ਪ੍ਰੋਜੈਕਟ ਚੇਤਕ ਕਿੱਦਾਂ ਚੱਲ ਰਿਹਾ ਪੰਜਾਬ ਦੇ ਵਿੱਚ ਜਿਹੜਾ ਕਿ ਰਾਵੀ ਤੇ ਬਣਾਇਆ ਜਾਏਗਾ। ਸਿਮਿਲਰਲੀ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ, ਜਿਵੇਂ ਕਿ ਲੱਦਾਖ 'ਚ ਵੀ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਇੰਟਰਨੈਸ਼ਨਲ ਬਾਰਡਰ ਦਾ। ਏਦਾਂ ਹੀ ਅਰੁਣਾਚਲ ਪ੍ਰਦੇਸ਼ ਚੱਲ ਰਿਹਾ। ਡਿਫਰੈਂਟ ਬਾਉਂਡਰੀ ਜਿਹੜੀਆਂ ਹੁੰਦੀਆਂ ਨੇ ਇੰਟਰਨੈਸ਼ਨਲ, ਉਹਨਾਂ ਤੇ ਡਿਫਰੈਂਟ ਪ੍ਰੋਜੈਕਟਸ ਚੱਲ ਰਹੇ ਨੇ ਬਾਈ ਦਾ ਬਾਰਡਰ ਰੋਡ ਆਰਗੇਨਾਈਜੇਸ਼ਨ। ਇਹ ਜਿਹੜਾ ਪ੍ਰੋਜੈਕਟ ਹੈ ਚੇਤਕ, ਇਹਦਾ ਨਾਮ ਤੁਸੀਂ ਧਿਆਨ ਰੱਖਣਾ ਹੈ ਕਿ ਇਹ ਪੰਜਾਬ ਦੇ ਬਾਰਡਰ ਦੇ ਨਾਲ ਐਸੋਸੀਏਟਿਡ ਹੈ, ਠੀਕ ਹੈ। ਪੰਜਾਬ ਬਾਰਡਰ ਦੇ ਨਾਲ ਪ੍ਰੋਜੈਕਟ ਚੇਤਕ ਐਸੋਸੀਏਟਿਡ ਹੈ ਜਿਹੜਾ ਕਿ ਰਾਵੀ ਰਿਵਰ ਤੇ ਬਣਾਇਆ ਜਾ ਰਿਹਾ ਹੈ। ਇਹਦਾ ਮਤਲਬ ਸਾਡੇ ਦੋਨੋਂ ਹੀ ਪੁਆਇੰਟ ਸਹੀ ਨੇ। ਇਹ ਕੁਐਸਚਨ ਪੁੱਛਣ ਦਾ ਰੀਜ਼ਨ ਦੇਖ ਲਓ ਤੁਸੀਂ, ਸਿੱਧਾ ਦੇਖੋ ਤੁਹਾਨੂੰ ਦਿਖਾਈ ਦੇ ਰਿਹਾ ਹੈ। ਕਦੋਂ ਕੁਐਸਚਨ ਕਿਹੜੇ ਆਰਟੀਕਲ ਤੋਂ ਪੁੱਛਿਆ ਗਿਆ? ਅਪ੍ਰੈਲ 'ਚ ਜਿਹੜੇ ਆਰਟੀਕਲਸ ਆਏ ਸੀ। ਟਾਈਮਸ ਆਫ ਇੰਡੀਆ ਦੇਖ ਲਓ ਤੁਸੀਂ ਇੰਡੀਅਨ ਐਕਸਪ੍ਰੈਸ ਚੱਕ ਕੇ ਦੇਖ ਲਓ, ਅਪ੍ਰੈਲ 2020 ਦੀ ਨਿਊਜ਼ ਹੈ ਜਿਹਦੇ ਵਿੱਚ ਇਹ ਕੁਐਸਚਨ ਜਿਹੜਾ ਹੈ ਫਰੇਮ ਹੋਇਆ। ਅਗਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚ ਤਾਂ ਸ਼ੱਕ ਹੀ ਨਹੀਂ ਸੀ ਜਦੋਂ ਤੁਹਾਨੂੰ ਇਹ ਕੁਐਸਚਨ ਦਿਖਿਆ ਵੀ ਨਿਊਜ਼ ਦੇ ਵਿੱਚ, ਕਿਉਂਕਿ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਸੀਰੀਅਸ ਮੈਟਰ ਸੀਗਾ। ਐਕਚੁਅਲ ਦੇ ਵਿੱਚ ਹੋਇਆ ਕੀ ਸੀ, LG ਪੋਲੀਮਰ ਪਲਾਂਟ ਜਿਹੜਾ ਪਲਾਸਟਿਕ ਪਲਾਂਟ ਤੁਸੀਂ ਕਹਿ ਸਕਦੇ ਹੋ ਬਣਾਉਣ ਵਾਲਾ, ਵਿਸ਼ਾਖਾਪਟਨਮ ਦੇ ਵਿੱਚ ਜਿਹੜਾ ਇਹ ਪਲਾਂਟ ਹੈ ਨਾ, ਇੱਥੇ ਲੀਕੇਜ ਹੋ ਗਿਆ ਸੀ, ਉਹਦੇ ਕਰਕੇ ਬਹੁਤ ਜ਼ਿਆਦਾ ਡੈਮੇਜ ਹੋਇਆ। ਸਟਾਈਰੀਨ ਗੈਸ ਜਿਹੜੀ ਹੈ ਉੱਥੇ ਲੀਕ ਹੋਈ, ਠੀਕ ਹੈ। ਹੁਣ ਤੁਸੀਂ ਸਟਾਈਰੀਨ ਗੈਸ ਬਾਰੇ ਦੱਸਣਾ ਹੈ। ਜਦੋਂ ਇੱਕ ਚੀਜ਼ ਧਿਆਨ ਰੱਖਿਓ, ਜਿਵੇਂ ਕੋਈ ਵੀ ਡਿਜ਼ਾਸਟਰ ਹੁੰਦਾ ਹੈ ਨਾ, ਉਹਦੇ ਵਿੱਚ ਜੇ ਕੋਈ ਗੈਸ ਦਾ ਲੀਕੇਜ ਹੁੰਦਾ ਹੈ ਨਾ, ਉਹ ਗੈਸ ਸਾਡੇ ਵਾਸਤੇ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਉਹਨੂੰ ਇਹ ਕੈਮਿਸਟਰੀ ਦੇ ਨਾਲ ਲਿੰਕ ਕਰਕੇ ਪੁੱਛ ਸਕਦੇ ਨੇ, ਕਿਵੇਂ ਵੀ ਪੁੱਛ ਸਕਦੇ ਨੇ, ਠੀਕ ਹੈ। ਹੁਣ ਇਸ ਗੈਸ ਬਾਰੇ ਇਹਨਾਂ ਨੇ ਕੁਐਸਚਨ ਪੁੱਛਿਆ ਤੁਹਾਡੇ ਤੋਂ। ਦੇਖੋ ਸਾਨੂੰ ਪਤਾ ਹੈ ਕਿ ਪਲਾਂਟ ਜਿਹੜਾ ਹੈ ਸਪੈਸੀਫਿਕਲੀ ਪਲਾਸਟਿਕ ਕੰਟੇਨਰ ਬਣਾਉਣ ਵਾਲਾ ਪਲਾਂਟ ਸੀਗਾ, ਠੀਕ ਹੈ। ਤੇ ਇੱਥੋਂ ਪਹਿਲਾ ਪੁਆਇੰਟ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ ਕਿ ਜਿਹੜੀ ਗੈਸ ਹੈ ਆਪਾਂ ਯੂਜ਼ ਕਿੱਦਾਂ ਕਰਦੇ ਹਾਂ, ਪਲਾਸਟਿਕ ਬਣਾਉਣ ਵਾਸਤੇ ਆਪਾਂ ਯੂਜ਼ ਕਰਦੇ ਹਾਂ ਤੇ ਇਹਨੂੰ ਨਾਰਮਲੀ ਆਪਾਂ ਲਿਕੁਇਡ ਦੀ ਫਾਰਮ ਵਿੱਚ ਫੈਕਟਰੀ 'ਚ ਸਟੋਰ ਕਰਕੇ ਰੱਖਦੇ ਹਾਂ। ਬਿਲਕੁਲ ਸਹੀ ਪੁਆਇੰਟ ਹੈ। ਦੂਜਾ ਜਿਹੜਾ ਇਹਦੇ ਵਿੱਚ ਕੀ ਕਿਹਾ ਹੈ ਕਿ ਥੋੜਾ ਜਿਹਾ ਵੀ ਐਕਸਪੋਜ਼ਰ ਜੇ ਇਸ ਗੈਸ ਦਾ ਹੋ ਜਾਵੇ ਤਾਂ ਤੁਹਾਨੂੰ ਕੀ ਹੋ ਜਾਊਗਾ, ਆਈਜ਼ ਦੇ ਵਿੱਚ ਇਰੀਟੇਸ਼ਨ ਹੋਣ ਲੱਗ ਜੂਗੀ, ਗੈਸਟ੍ਰੋ ਇੰਟੈਸਟਾਈਨਲ ਇਨਫੈਕਸ਼ਨ ਹੋਣ ਲੱਗ ਜਾਣਗੇ, ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਗੈਸ ਤਾਂ ਹੁਣ ਕੋਈ ਵੀ ਇਦਾਂ ਦੀ ਹੈ ਜਿਹੜੀ ਕਿ ਆਪਾਂ ਨਾਰਮਲੀ ਇਨਹੇਲ ਨਹੀਂ ਕਰ ਸਕਦੇ, ਉਹ ਤਾਂ ਸਾਨੂੰ ਡੈਮੇਜ ਹੀ ਕਰੇਗੀ ਨਾ, ਇਹ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ। ਇਸ ਕਰਕੇ ਜਿਹੜੀ ਗੈਸ ਹੈ ਨਾ ਸਾਰੇ ਨਰਵਸ ਸਿਸਟਮ ਨੂੰ ਵੀ ਬਹੁਤ ਹੀ ਗੰਦੇ ਤਰੀਕੇ ਨਾਲ ਡੈਮੇਜ ਕਰ ਸਕਦੀ ਹੈ। ਇਹ ਦੋਨੋਂ ਹੀ ਪੁਆਇੰਟਸ ਜਿਹੜੇ ਨੇ ਉਹ ਬਿਲਕੁਲ ਹੀ ਸਹੀ ਨੇ। ਇਸ ਕਰਕੇ ਸਾਡਾ ਆਨਸਰ ਜਿਹੜਾ ਉਹ ਸੀ ਹੋਏਗਾ। ਵਿਜਾਗ ਗੈਸ ਲੀਕ ਆ ਦੇਖੋ ਇੰਡੀਅਨ ਐਕਸਪ੍ਰੈਸ ਦੇ ਵਿੱਚ ਮਈ ਦੇ ਵਿੱਚ ਇਹ ਆਰਟੀਕਲ ਚੱਲ ਰਹੇ ਸੀ। ਮਈ ਦੇ ਵਿੱਚ ਇਹ ਜਿਹੜੀ ਹੈ ਚੀਜ਼ ਹੋਈ, ਘਟਨਾ ਹੋਈ। ਇਹਦੇ ਆਰਟੀਕਲ ਮਈ ਤੋਂ ਲੈ ਕੇ ਵੀ ਤੁਸੀਂ ਮੰਨ ਸਕਦੇ ਹੋ ਕਿ ਆਲਮੋਸਟ ਸਤੰਬਰ ਤੱਕ ਜਿਹੜੇ ਨੇ ਉਹ ਚੱਲਦੇ ਹੀ ਰਹੇ। ਇਸ ਕਰਕੇ ਕੁਐਸਚਨ ਫਰੇਮ ਹੋਇਆ ਹੈ। ਅਗਲਾ ਕੁਐਸਚਨ ਜਿਹੜਾ ਪੁੱਛਿਆ ਗਿਆ ਉਹ ਜਿਗਿਆਸਾ ਪ੍ਰੋਗਰਾਮ ਤੇ ਪੁੱਛਿਆ ਗਿਆ, ਜਿਹੜਾ ਕਿ ਕਾਉਂਸਿਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਦਾ ਇੱਕ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਜਿਗਿਆਸਾ ਮਤਲਬ ਕੀ ਹੁੰਦਾ ਹੈ, ਆਪਣੀ ਉਤਸੁਕਤਾ ਨੂੰ, ਕਿਉਰਿਓਸਿਟੀ ਨੂੰ ਕਿਸੇ ਵੀ ਚੀਜ਼ ਵਾਸਤੇ ਵਧਾਉਣਾ, ਠੀਕ ਹੈ। ਹੁਣ ਇਹ ਸਾਇੰਟਿਫਿਕ ਦੇ ਨਾਲ ਰਿਲੇਟਡ ਹੈ, ਆਬਵੀਅਸਲੀ ਇਹਦਾ ਜਿਹੜਾ ਇਨੋਵੇਸ਼ਨ ਜਾਂ ਇਹਦਾ ਪਰਪਸ ਹੋਏਗਾ ਉਹ ਸਾਇੰਸ ਦੇ ਨਾਲ ਰਿਲੇਟਡ ਪੱਕਾ ਹੋਏਗਾ। ਇੱਥੋਂ ਤੁਸੀਂ ਹਿੰਟ ਥੋੜੇ ਹਿੰਟ ਲੈ ਸਕਦੇ ਹੋ ਤੁਸੀਂ ਕੁਐਸਚਨ ਚੋਂ ਵੀ, ਜੇ ਬਾਈ ਚਾਂਸ ਤੁਸੀਂ ਟੌਪਿਕ ਬਾਰੇ ਕੁਝ ਨਹੀਂ ਜਾਣਦੇ।
ਇਹ ਜਿਹੜੇ ਹਿੰਟ ਨੇ ਨਾ ਤੁਹਾਨੂੰ ਇੰਟੈਲੀਜੈਂਟ ਗੈਸ ਕਰਨ ਵਿੱਚ ਹੈਲਪ ਕਰਨਗੇ, ਪਰ ਮੈਂ ਇਹ ਨਹੀਂ ਕਹਾਂਗੀ ਕਿ ਤੁਸੀਂ ਪੜ੍ਹੋ ਹੀ ਨਾ ਬਿਲਕੁਲ ਵੀ, ਪਰ ਇਹ ਹੈ ਕਿ ਜੇ ਤੁਸੀਂ ਥੋੜਾ ਜਿਹਾ ਇੰਟੈਲੀਜੈਂਟ ਗੈਸ ਉਹਨਾਂ ਕੁਐਸਚਨ ਬਾਰੇ ਲੈਣਾ ਚਾਹੁੰਦੇ ਹੋ ਜਿਹੜੇ ਕਿ ਤੁਹਾਡੇ ਸਹੀ ਹੋ ਜਾਣ, ਜੇ ਤੁਸੀਂ ਨਹੀਂ ਪੜ੍ਹੇ ਤਾਂ ਤੁਸੀਂ ਇਸ ਤਰੀਕੇ ਨਾਲ ਹਿੰਟ ਲੈ ਸਕਦੇ ਹੋ। ਹੁਣ ਇਹ ਸਾਇੰਸ ਦੇ ਨਾਲ ਰਿਲੇਟਡ ਪੱਕਾ ਹੋਏਗਾ। ਮੈਂ ਪਹਿਲਾ ਕੁਐਸਚਨ ਦੇਖ ਰਹੀ ਹਾਂ, ਪਹਿਲੇ ਕੁਐਸਚਨ 'ਚ ਦੇਖੋ ਇਹਨਾਂ ਨੇ ਕੁਐਸਚਨ ਦੀ ਤੁਸੀਂ ਮਤਲਬ ਆਪਸ਼ਨ ਦੇਖੋ, ਪਹਿਲੇ ਆਪਸ਼ਨ 'ਚ ਇਹਨਾਂ ਨੇ ਸਾਇੰਸ ਬਾਰੇ ਲਿਖਿਆ ਹੈ, ਦੂਜੇ ਆਪਸ਼ਨ 'ਚ ਵੀ ਸਾਇੰਸ ਬਾਰੇ ਲਿਖਿਆ ਹੈ, ਤੀਜੇ ਆਪਸ਼ਨ 'ਚ ਵੀ ਸਾਇੰਸ ਦੀ ਗੱਲ ਹੋ ਰਹੀ ਹੈ। ਮਤਲਬ ਤੁਸੀਂ ਸਮਝੋ ਪੰਜਾਬ ਪੀਸੀਐਸ ਵਾਲੇ ਵੀ ਬਹੁਤ ਤੇਜ਼ ਨੇ, ਉਹਨਾਂ ਨੇ ਵੀ ਆਪਸ਼ਨ ਜਿਹੜੇ ਬਣਾਏ ਨੇ ਉਹ ਇੰਨੇ ਕਲੋਜ਼ ਬਣਾਏ ਨੇ ਕਿ ਤੁਸੀਂ ਹਿੰਟ ਲੈਣ ਦੀ ਕੋਸ਼ਿਸ਼ ਵੀ ਨਾ ਕਰਿਓ, ਪਰ ਆਪਾਂ ਲਵਾਂਗੇ ਕਿਉਂਕਿ ਸਾਨੂੰ ਪਤਾ ਹੈ ਨੈਗੇਟਿਵ ਮਾਰਕਿੰਗ ਨਹੀਂ ਹੈ, ਇਸ ਕਰਕੇ ਜੇ ਨਹੀਂ ਵੀ ਆਉਂਦਾ ਆਪਾਂ ਤਾਂ ਵੀ ਰਿਸਕ ਲੈਣਾ ਹੈ ਆਰਾਮ ਨਾਲ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਸਿੱਧਾ ਦੱਸਦੀ ਹਾਂ ਆਨਸਰ ਕੀ ਸੀ। ਐਕਚੁਅਲੀ ਜਿਗਿਆਸਾ ਪ੍ਰੋਗਰਾਮ ਜਿਹੜਾ ਹੈ ਉਹ ਕੀ ਸੀਗਾ, ਸਟੂਡੈਂਟ ਨੂੰ ਸਾਇੰਟਿਸਟ ਦੇ ਨਾਲ ਕਨੈਕਟ ਕਰਨ ਦਾ ਪ੍ਰੋਗਰਾਮ ਸੀਗਾ। ਜਿਵੇਂ ਕਿ ਸਕੂਲ ਦੇ ਸਟੂਡੈਂਟਸ ਨੇ ਉਹਨਾਂ ਨੂੰ ਸਾਇੰਟਿਸਟ ਦੇ ਨਾਲ ਕੀ ਕੀਤਾ ਜਾਊਗਾ, ਇੰਟਰੋਡਿਊਸ ਕੀਤਾ ਜਾਊਗਾ ਤਾਂ ਕਿ ਉਹ ਸਾਇੰਟਿਸਟ ਦੇ ਨਾਲ ਬੈਠ ਕੇ ਕੀ ਕਰ ਸਕਣ, ਗੱਲਬਾਤ ਕਰ ਸਕਣ। ਉਹਦੇ ਨਾਲ ਉਹਨਾਂ ਦਾ ਜਿਹੜਾ ਇੰਟਰਸਟ ਹੈ ਉਹ ਇੰਡੀਆ ਦੀ ਜਿਹੜੀ ਸਾਇੰਸ ਟੈਕਨੋਲੋਜੀ ਹੈ, ਡਿਵੈਲਪਮੈਂਟ ਜਿਹੜੀ ਹੈ ਸਾਇੰਸ ਟੈਕਨੋਲੋਜੀ ਦੇ ਵਿੱਚ, ਉਹਦੇ ਵਿੱਚ ਉਹਨਾਂ ਦਾ ਇੰਟਰਸਟ ਜਿਹੜਾ ਹੈ ਹੋਰ ਜ਼ਿਆਦਾ ਵਧੇਗਾ। ਇਸ ਕਰਕੇ ਜਿਗਿਆਸਾ ਪ੍ਰੋਗਰਾਮ ਜਿਹੜਾ ਚਲਾਇਆ ਗਿਆ। ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਡਿਫਰੈਂਟ ਸਕੂਲ ਦੇ ਸਟੂਡੈਂਟਸ ਨੂੰ ਸ਼ਾਰਟਲਿਸਟ ਕੀਤਾ ਜਾਏਗਾ, ਫਿਰ ਆਪਾਂ ਇਸਰੋ ਦੇ ਕਿਸੇ ਸਾਇੰਟਿਸਟ ਦੇ ਨਾਲ ਉਹਨਾਂ ਨੂੰ ਕੀ ਹੈ ਮੁਲਾਕਾਤ ਕਰਵਾਵਾਂਗੇ ਤਾਂ ਕਿ ਉਹ ਇੰਸਪਾਇਰ ਹੋ ਸਕਣ ਕਿ ਹਾਂਜੀ ਅਸੀਂ ਵੀ ਸਾਇੰਸ ਟੈਕਨੋਲੋਜੀ ਦੇ ਵਿੱਚ ਵਧੀਆ ਕੰਮ ਕਰਨਾ ਹੈ ਅੱਗੇ ਚੱਲ ਕੇ। ਅਗਲਾ ਕੁਐਸਚਨ ਪੰਜਾਬ ਦੀ ਸਟੈਟਿਕ ਜੀਕੇ ਦੇ ਵਿੱਚੋਂ ਹੈ, ਇੰਪੋਰਟੈਂਟ ਹੈ। ਇਹ ਤਾਂ ਤੁਸੀਂ ਸਟੈਟਿਕ ਜੀਕੇ ਦੀ ਕੋਈ ਵੀ ਬੁੱਕ ਪੜ੍ਹੀ ਹੋਏਗੀ ਜਾਂ ਵੀਡੀਓਜ਼ ਦੇਖੀਆਂ ਹੋਣਗੀਆਂ ਤਾਂ ਡੈਫੀਨਿਟਲੀ ਤੁਸੀਂ ਅਟੈਂਪਟ ਕਰ ਲਓਗੇ। ਅੱਜ ਆਖਾਂ ਵਾਰਿਸ਼ਾਂ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਅੰਮ੍ਰਿਤਾ ਪ੍ਰੀਤਮ ਜੀ ਦੀ ਪੋਇਮ ਹੈ, ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ, ਇਹ ਪੁਆਇੰਟ ਬਿਲਕੁਲ ਸਹੀ ਹੈ। ਤੇ ਇਹ ਜਿਹੜੀ ਪੋਇਮ ਹੈ ਇਹ ਐਕਚੁਅਲ ਦੇ ਵਿੱਚ ਕੀ ਦੱਸਦੀ ਹੈ, ਪਾਰਟੀਸ਼ਨ ਦੇ ਦੌਰਾਨ ਜਿਹੜੇ ਵੀ ਅਸੀਂ ਦੁੱਖ ਝੇਲੇ ਉਹਨਾਂ ਬਾਰੇ ਦੱਸਦੀ ਹੈ, 1947 ਦੀ ਵੰਡ ਬਾਰੇ ਇਹ ਜਿਹੜੀ ਹੈ ਜ਼ਿਕਰ ਕਰਦੀ ਹੈ। ਸੈਕਿੰਡ ਪਾਰਟ ਜਿਹੜਾ ਪੁਆਇੰਟ ਹੈ ਉਹ ਕੀ ਕਹਿੰਦਾ ਹੈ ਕਿ ਪੰਜਾਬੀ ਪੋਇਟ ਜਿਹੜੇ ਨੇ ਵਾਰਿਸ ਸ਼ਾਹ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸ਼ੇਕਸਪੀਅਰ ਆਫ ਪੰਜਾਬ ਕਿਹਾ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ। ਇਹਨਾਂ ਦੀ ਸਭ ਤੋਂ ਫੇਮਸ ਰਚਨਾ ਸਾਰੇ ਹੀ ਜਾਣਦੇ ਨੇ ਹੀਰ ਰਾਂਝਾ। ਇਹ ਦੋਨੋਂ ਹੀ ਪੁਆਇੰਟ ਸਹੀ ਨੇ, ਇਹਨਾਂ ਵਿੱਚ ਕੋਈ ਵੀ ਡਾਊਟ ਨਹੀਂ ਹੈ ਕਿ ਕੋਈ ਬੱਚਾ ਇਸ ਕੁਐਸਚਨ ਨੂੰ ਅਟੈਂਪਟ ਨਹੀਂ ਕੀਤਾ ਹੋਏਗਾ। ਜਿਹੜਾ ਵੀ ਪੰਜਾਬੀ ਥੋੜੀ ਬਹੁਤ ਜੀਕੇ ਜਾਣਦਾ ਹੈ ਉਹਨੇ ਕੁਐਸਚਨ ਅਟੈਂਪਟ ਪੱਕਾ ਕੀਤਾ ਹੋਏਗਾ। ਅਗਲਾ ਕੁਐਸਚਨ ਜਿਹੜਾ ਹੈ, ਹੁਣ ਦੇਖੋ ਇਹਦੇ ਵਿੱਚ ਸਾਨੂੰ ਕੀ ਪੁੱਛਿਆ ਹੈ, ਇਨਕਰੈਕਟ ਪੁੱਛਿਆ ਹੈ, ਧਿਆਨ ਰੱਖਣਾ ਹੈ ਇਨਕਰੈਕਟ ਪੁੱਛਿਆ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਜਿਹੜਾ ਵਰਲਡ ਬੈਂਕ ਹੈ ਉਹ ਆਪਣੇ ਮੈਂਬਰ ਕੰਟਰੀ ਨੂੰ ਜਿਹੜੀ ਵੋਟ ਐਲੋਕੇਟ ਕਰਦਾ ਹੈ ਉਹ ਕਿੱਦਾਂ ਕਰਦਾ ਹੈ, ਜਿੰਨਾ ਉਸ ਮੈਂਬਰ ਕੰਟਰੀ ਦਾ ਸ਼ੇਅਰ ਹੋਏਗਾ। ਮਤਲਬ ਤੁਸੀਂ ਜਿੰਨਾ ਕੈਪੀਟਲ ਵਰਲਡ ਬੈਂਕ 'ਚ ਇਨਵੈਸਟ ਕਰ ਦੋਗੇ ਉਨਾ ਤੁਹਾਡਾ ਸ਼ੇਅਰ ਹੋਏਗਾ, ਉਨੀ ਹੀ ਤੁਹਾਨੂੰ ਵੋਟਿੰਗ ਵਾਸਤੇ ਪਰਸੈਂਟੇਜ ਅਲਾਟ ਕਰ ਦਿੱਤੀ ਜਾਊਗੀ। ਜਿਵੇਂ ਯੂਐਸ ਦਾ ਸ਼ੇਅਰ ਮੰਨ ਲਓ 50% ਹੈ ਤਾਂ ਉਹਨੂੰ ਉਸ ਹਿਸਾਬ ਨਾਲ ਵੋਟਿੰਗ ਦੇ ਰਾਈਟ ਮਿਲਣਗੇ, ਜੇ ਕਿਸੇ ਦਾ ਬਿਲਕੁਲ ਘੱਟ ਹੈ ਉਹਨੂੰ ਘੱਟ ਵੋਟਿੰਗ ਰਾਈਟ ਮਿਲੇਗਾ, ਇਦਾਂ ਦਾ ਹੈ। ਠੀਕ ਹੈ, ਇਹ ਪੁਆਇੰਟ ਬਿਲਕੁਲ ਸਹੀ ਹੈ। ਵਰਲਡ ਬੈਂਕ ਇਸੇ ਬੇਸ ਤੇ ਕਰਦਾ ਹੈ, IMF ਵੀ ਇਸੇ ਬੇਸ ਤੇ ਕਰਦਾ ਹੈ, ਤੁਸੀਂ ਕਿੰਨਾ ਸ਼ੇਅਰ ਕੀਤਾ, ਕਿੰਨਾ ਕੰਟਰੀਬਿਊਟ ਕੀਤਾ, ਉਨੇ ਹੀ ਤੁਹਾਨੂੰ ਵੋਟਿੰਗ ਰਾਈਟ ਮਿਲਣਗੇ। ਲੇਕਿਨ ਜੇ ਮੈਂ ਗੱਲ ਕਰਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਤਾਂ ਉਹ ਇਦਾਂ ਨਹੀਂ ਕਰਦੇ, ਉਹਦੇ ਵਿੱਚ ਹਰ ਇੱਕ ਮੈਂਬਰ ਦਾ ਇੱਕ ਇੱਕ ਵੋਟ ਹੈ। ਠੀਕ ਹੈ, ਹੁਣ ਦੇਖੋ ਸਾਡੇ ਕੋਲ ਵਰਲਡ ਬੈਂਕ ਤੇ ਪੁੱਛਿਆ ਜਾ ਚੁੱਕਾ ਹੈ, ਮੇਬੀ ਸਾਡੇ ਤੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਾਰੇ ਪੁੱਛਿਆ ਜਾ ਸਕੇ ਅੱਗੇ ਵਾਲੇ ਕੋਈ ਪੇਪਰਾਂ ਦੇ ਵਿੱਚ, ਤਾਂ ਧਿਆਨ ਰੱਖਣਾ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਕੀ ਫੋਲੋ ਕੀਤਾ ਜਾਂਦਾ ਹੈ, 1 ਮੈਂਬਰ 1 ਵੋਟ, ਇੱਕ ਮੈਂਬਰ ਇੱਕ ਵੋਟ। ਸੈਕਿੰਡ ਪੁਆਇੰਟ ਕੀ ਕਹਿੰਦਾ ਹੈ ਕਿ ਇੰਡੀਆ ਦੀ ਜਿਹੜੀ ਸ਼ੇਅਰ ਹੈ ਨਾ ਵੋਟਿੰਗ ਪਾਵਰ ਦੀ ਉਹ ਕਿੰਨੀ ਹੈ, 5%। ਇਹ ਇੰਪੋਸੀਬਲ ਹੈ। ਬਹੁਤ ਸਾਰੇ ਆਰਟੀਕਲਸ ਰੈਗੂਲਰਲੀ ਆਉਂਦੇ ਰਹਿੰਦੇ ਨੇ ਇਸੇ ਮਕਸਦ ਤੇ ਕਿ ਇੰਡੀਆ ਦੀ ਜਿਹੜੀ ਸ਼ੇਅਰਿੰਗ ਹੈ ਨਾ ਉਹ ਘੱਟ ਹੈ, ਤਾਂ ਉਹਦੇ ਕਰਕੇ ਇੰਡੀਆ ਦੀ ਵੋਟਿੰਗ ਪਾਵਰ ਜਿਹੜੀ ਹੈ ਉਹ ਘੱਟ ਹੈ। ਇੰਡੀਆ ਤੇ ਚਾਈਨਾ ਰੈਗੂਲਰਲੀ ਇਸ ਚੀਜ਼ ਵਾਸਤੇ ਨਾ ਆਪਣੇ ਆਪ ਨੂੰ ਕੰਸੀਡਰ ਕਰਵਾਉਂਦੇ ਰਹਿੰਦੇ ਨੇ ਕਿ ਸਾਡੀ ਜਿਹੜੀ ਵੋਟਿੰਗ ਪਾਵਰ ਹੈ ਨਾ ਉਹ ਵਰਲਡ ਬੈਂਕ ਤੇ IMF ਦੇ ਵਿੱਚ ਵਧਾਈ ਜਾਵੇ, ਕਿਉਂਕਿ ਐਕਚੁਅਲ ਦੇ ਵਿੱਚ ਵਰਲਡ ਬੈਂਕ ਤੇ IMF ਜਿਹੜੇ ਨੇ ਨਾ ਉਹ ਵੈਸਟਰਨ ਕੰਟਰੀਜ਼ ਦੇ ਨਾਲ ਡੋਮੀਨੇਟਿੰਗ ਨੇ। ਸਪੈਸੀਫਿਕ US ਜਿਹੜਾ ਹੈ ਨਾ ਉਹਦਾ ਡੋਮੀਨੇਸ਼ਨ ਇਹਨਾਂ ਦੇ ਵਿੱਚ ਜ਼ਿਆਦਾ ਹੈ, ਇਹਨਾਂ ਆਰਗੇਨਾਈਜੇਸ਼ਨ ਦੇ ਵਿੱਚ। ਇਸੇ ਕਰਕੇ ਬ੍ਰਿਕਸ ਬਣਾਇਆ ਗਿਆ ਤਾਂ ਕਿ ਇਦਾਂ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹਨਾਂ ਵਿੱਚ US ਦਾ ਜ਼ਿਆਦਾ ਦਬਦਬਾ ਹੈ ਉਹਨੂੰ ਘਟਾਇਆ ਜਾ ਸਕੇ। ਬ੍ਰਿਕਸ ਬਣਾ ਲਿਆ ਗਿਆ ਬਿਨਾਂ US ਤੋਂ, ਹਨਾ। ਇਸ ਕਰਕੇ ਇਦਾਂ ਦੀ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਆਲਟਰਨੇਟਿਵ ਤੌਰ ਤੇ ਬਣਾਈਆਂ ਗਈਆਂ, ਉਹ ਇਸੇ ਦੁਖੜੇ ਤੋਂ ਬਣਾਈਆਂ ਗਈਆਂ ਕਿਉਂਕਿ ਉਹਨਾਂ ਆਰਗੇਨਾਈਜੇਸ਼ਨ ਦੇ ਵਿੱਚ ਜਿਵੇਂ ਕਿ ਵਰਲਡ ਬੈਂਕ ਹੋ ਗਿਆ, ਇਹਨਾਂ ਵਿੱਚ ਡਿਵੈਲਪਿੰਗ ਕੰਟਰੀਜ਼ ਜਿਵੇਂ ਕਿ ਇੰਡੀਆ ਹੋ ਗਈ, ਠੀਕ ਹੈ, ਫਿਰ ਆਪਾਂ ਲਗਾ ਲਓ ਬ੍ਰਾਜ਼ੀਲ ਹੋ ਗਈ, ਇਹਨਾਂ ਨੂੰ ਵੋਟਿੰਗ ਪਾਵਰ ਵਧੀਆ ਤਰੀਕੇ ਨਾਲ ਨਹੀਂ ਦਿੱਤੀ ਜਾਂਦੀ। ਤਾਂ 5% ਤਾਂ ਬਿਲਕੁਲ ਵੀ ਨਹੀਂ ਹੈ, ਅਰਾਊਂਡ 3% ਤੁਸੀਂ ਕਹਿ ਸਕਦੇ ਹੋ ਕਿ ਇੰਨਾ ਹੈ। ਇਹਦਾ ਮਤਲਬ ਇਨਕਰੈਕਟ ਜਿਹੜੀ ਸਟੇਟਮੈਂਟ ਹੈ ਉਹ ਕੀ ਹੈ ਸਾਡੇ ਕੋਲ, ਆਪਸ਼ਨ ਨੰਬਰ 2, ਕਿਉਂਕਿ ਪਹਿਲਾ ਪੁਆਇੰਟ ਤਾਂ ਸਹੀ ਸੀਗਾ। ਅਗਲਾ ਕੁਐਸਚਨ ਕੀ ਹੈ, ਹੁਣ ਅਗਲਾ ਕੁਐਸਚਨ ਪੋਲਿਟੀ ਤੋਂ ਹੈ। ਇਹ ਕੁਐਸਚਨ ਤੁਸੀਂ ਦੱਸਣਾ ਹੈ ਕਿ ਨੀਚੇ ਦਿੱਤੀਆਂ ਸਟੇਟਮੈਂਟ ਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ, ਜਦੋਂ 4 ਸਟੇਟਮੈਂਟ ਦਿੱਤੀਆਂ ਨੇ ਤਾਂ ਮੋਸਟਲੀ ਸਾਡੇ ਕੋਲ ਇਨਕਰੈਕਟ ਪੁੱਛਿਆ ਹੈ, ਬਹੁਤ ਹੀ ਇੱਕਾ ਦੁੱਕਾ ਵੀ ਸਾਡੇ ਕੋਲ ਕਰੈਕਟ ਪੁੱਛਿਆ। ਹੁਣ ਇਹਦੇ ਵਿੱਚ ਸਾਡੇ ਕੋਲ ਕਰੈਕਟ ਪੁੱਛਿਆ ਅਟਾਰਨੀ ਜਨਰਲ ਤੇ ਇਹ ਕੁਐਸਚਨ ਹੈ। ਅਟਾਰਨੀ ਜਨਰਲ ਆਫ ਇੰਡੀਆ ਜਿਹੜੇ ਨੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਦੇ ਬਰਾਬਰ ਸਾਰੇ ਹੀ ਪ੍ਰਿਵਿਲੇजेस, ਜੋ ਮਤਲਬ ਜੋ ਤੁਸੀਂ ਮੈਂਬਰ ਆਫ ਪਾਰਲੀਮੈਂਟ ਨੂੰ ਸੁਵਿਧਾ ਦੋਗੇ, ਜੋ ਉਹਨਾਂ ਨੂੰ ਰਾਈਟਸ ਦੋਗੇ, ਉਹ ਸਾਰੇ ਹੀ ਰਾਈਟਸ ਅਟਾਰਨੀ ਜਨਰਲ ਆਫ ਇੰਡੀਆ ਨੂੰ ਦਿੱਤੇ ਜਾਣਗੇ। ਇਹ ਸਟੇਟਮੈਂਟ ਜਿਹੜੀ ਹੈ ਨਾ ਉਹ ਤੁਸੀਂ ਬਿਲਕੁਲ ਧਿਆਨ ਰੱਖਣਾ ਹੈ, ਇਹ ਸਟੇਟਮੈਂਟ ਜਿਹੜੀ ਹੈ ਉਹ ਬਿਲਕੁਲ ਸਹੀ ਹੈ। ਕਿਉਂ? ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਮੈਂਬਰ ਆਫ ਪਾਰਲੀਮੈਂਟ ਜਿਹੜੇ ਨੇ
ਉਹ ਸਾਡੇ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ ਜਿਹੜੇ ਪਰਕਸ ਦਿੱਤੇ ਜਾਂਦੇ ਨੇ। ਫਿਰ ਮੈਂ ਗੱਲ ਕਰਾਂ ਜਿਵੇਂ ਉਹਨਾਂ ਨੂੰ ਉਹ ਬੈਠਦੇ ਨੇ ਸੰਸਦੀय ਮੀਟਿੰਗਸ ਦੇ ਵਿੱਚ ਬੈਠਦੇ ਨੇ ਹਨਾ, ਪਾਰਲੀਮੈਂਟ ਦੇ ਵਿੱਚ ਬੈਠਦੇ ਨੇ। ਇਹ ਸਾਰੇ ਰਾਈਟਸ ਜਿਹੜੇ ਨੇ ਸਾਰੀਆਂ ਚੀਜ਼ਾਂ ਉਹ ਅਟਾਰਨੀ ਜਨਰਲ ਆਫ ਇੰਡੀਆ ਨੂੰ ਵੀ ਅਵੇਲੇਬਲ ਨੇ। ਇਸ ਕਰਕੇ ਪੁਆਇੰਟ ਸਹੀ ਹੈ ਤੇ ਆਰਟੀਕਲ 76 ਦੇ ਵਿੱਚ ਹੈ। ਜੇ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਅਟਾਰਨੀ ਜਨਰਲ ਆਫ ਇੰਡੀਆ ਪੜ੍ਹਿਆ ਹੋਏਗਾ ਫਿਰ ਅਨਡਾਊਟਲੀ ਤੁਸੀਂ ਇਸ ਕੁਐਸਚਨ ਨੂੰ ਬਿਲਕੁਲ ਸਹੀ ਕਰ ਦੋਗੇ, ਕਿਉਂਕਿ ਪਹਿਲਾ ਪੁਆਇੰਟ ਸਾਨੂੰ ਪਤਾ ਲੱਗ ਗਿਆ ਸਹੀ ਹੈ ਤੇ ਸਾਨੂੰ ਕਰੈਕਟ ਹੀ ਪੁੱਛਿਆ ਸੀ, ਬਸ ਵੀ ਸਾਡਾ ਕੰਮ ਹੋ ਗਿਆ। ਅਗਲੇ ਕੁਐਸਚਨ ਤੇ ਜਾ ਸਕਦੇ ਹਾਂ, ਪਰ ਅਸੀਂ ਦੀਆਂ ਜਿਹੜੀਆਂ 3 ਸਟੇਟਮੈਂਟ ਉਹ ਦੇਖ ਲੈਂਦੇ ਹਾਂ ਕਿਉਂਕਿ ਅਸੀਂ ਡਿਸਕਸ ਕਰ ਰਹੇ ਹਾਂ। ਇਹ ਬਿਲਕੁਲ ਵੀ ਕੈਬਨਿਟ ਦੇ ਮੈਂਬਰ ਨਹੀਂ ਹੁੰਦੇ, ਠੀਕ ਹੈ। ਇਹਨਾਂ ਦਾ ਰੈਂਕ ਹੁੰਦਾ ਉਸ ਬਰਾਬਰ ਦਾ, ਪਰ ਇਹ ਮੈਂਬਰ ਨਹੀਂ ਹੁੰਦੇ ਕੈਬਨਿਟ ਦੇ। ਤੇ ਇਹਨਾਂ ਨੂੰ ਚੀਫ ਜਸਟਿਸ ਆਫ ਇੰਡੀਆ ਨਹੀਂ, ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਨੇ ਅਪਾਇੰਟ ਕਰਦੇ ਨੇ। ਤੇ ਇਹ ਕੌਣ ਹੋ ਸਕਦੇ ਨੇ? ਇਹ ਉਹੀ ਹੋ ਸਕਦੇ ਨੇ ਜਿਹੜੇ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਾਇਕ ਹੋਣ, ਨਾ ਕਿ ਹਾਈ ਕੋਰਟ ਦੇ। ਹਾਈ ਕੋਰਟ ਦੇ ਜੱਜ ਬਣਨ ਦੇ ਲਾਇਕ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਐਡਵੋਕੇਟ ਜਨਰਲ ਹੁੰਦੇ ਨੇ ਜਿਹੜੇ ਕਿ ਸਟੇਟ ਦੇ ਹੁੰਦੇ ਨੇ, ਠੀਕ ਹੈ। ਐਡਵੋਕੇਟ ਜਨਰਲ ਜਿਹੜੇ ਸਟੇਟ ਦੇ ਹੁੰਦੇ ਨੇ। ਅਟਾਰਨੀ ਜਨਰਲ ਜਿਹੜੇ ਨੇ ਉਹ ਸੁਪਰੀਮ ਕੋਰਟ ਦੇ ਜੱਜ ਬਣਨ ਦੇ ਲਾਇਕ ਹੋਣੇ ਚਾਹੀਦੇ ਨੇ, ਉਹਨਾਂ ਨੂੰ ਹੀ ਅਟਾਰਨੀ ਜਨਰਲ ਆਫ ਇੰਡੀਆ ਨਿਯੁਕਤ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਵੀ ਪੋਲਿਟੀ ਤੋਂ ਹੈ, ਸਿੱਧਾ ਕੁਐਸਚਨ 6th ਸ਼ਡਿਊਲ ਤੇ ਹੈ। 6th ਸ਼ਡਿਊਲ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਨੇ ਸਾਡੇ, ਠੀਕ ਹੈ। ਅਸਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ। ਇਹਦੇ ਵਿੱਚ ਐਕਚੁਅਲ ਕੀਤਾ ਕੀ ਜਾਂਦਾ ਹੈ ਕਿ ਆਟੋਨੋਮਸ ਕਾਉਂਸਲ ਬਣਾਈਆਂ ਜਾਂਦੀਆਂ ਨੇ। ਆਟੋਨੋਮਸ ਵਰਡ ਦਾ ਮਤਲਬ ਆਪਣੇ ਆਪ 'ਚ ਹੀ ਹੋ ਗਿਆ ਕਿ ਜਿਹੜੇ ਆਪਣੇ ਆਪ 'ਚ ਹੀ ਰਾਜਾ ਨੇ, ਸਾਰੇ ਫੈਸਲੇ ਉਹ ਆਪਣੇ ਆਪ ਲੈ ਸਕਦੇ ਨੇ ਕਾਫੀ ਹੱਦ ਤੱਕ, ਠੀਕ ਹੈ। ਇਹਦੇ ਵਿੱਚ ਦੇਖੋ ਡਿਸਟ੍ਰਿਕਟ ਕਾਉਂਸਲ ਬਣਾਈਆਂ ਜਾਣਗੀਆਂ, ਜਿਹੜੇ ਕਿ ਵਿਲੇਜ ਕਾਉਂਸਲ ਬਣਾਉਣਗੀਆਂ ਅੱਗੇ ਚੱਲ ਕੇ, ਜਿਹਨਾਂ ਕੋਲ ਹੋਰ ਪਾਵਰ ਕੀ ਹੋਏਗੀ ਕਿ ਉਹ ਕੋਈ ਵੀ ਕਲੇਸ਼ ਹੋ ਰਿਹਾ ਹੋਵੇ ਸ਼ਡਿਊਲ ਟ੍ਰਾਈਬ ਦੇ ਵਿੱਚ, ਕੋਈ ਵੀ ਮਤਲਬ ਤੁਸੀਂ ਕਹਿ ਸਕਦੇ ਹੋ ਕਨਫਲਿਕਟ ਹੋਵੇ, ਉਹਨਾਂ ਨੂੰ ਵੀ ਹੱਲ ਕਰਨਗੇ ਉਹ। ਮਤਲਬ ਇੱਕ ਕੋਰਟ ਦਾ ਵੀ ਕੰਮ ਕਰ ਸਕਦੇ ਨੇ, ਲੋਕਲ ਕੋਰਟ ਦਾ ਵੀ ਆਪ ਹੀ ਕੰਮ ਕਰਨਗੇ ਇਹ ਕਾਉਂਸਲ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਹੁਣੀ ਦੱਸਿਆ ਕਿ ਆਟੋਨੋਮਸ ਦਾ ਮਤਲਬ ਹੀ ਆਪਣੇ ਆਪ 'ਚ ਹੋ ਗਿਆ ਹਰ ਚੀਜ਼ ਦਾ ਨਿਵਾੜਾ ਤੁਸੀਂ ਆਪ ਹੀ ਕਰਨਾ ਹੈ। ਸੈਕਿੰਡ ਜਿਹੜਾ ਆਪਸ਼ਨ ਹੈ ਉਹ ਕੀ ਕਹਿੰਦਾ ਹੈ ਕਿ 6th ਸ਼ਡਿਊਲ ਜਿਹੜਾ ਹੈ ਉਹ ਡਿਸਟ੍ਰਿਕਟ ਕਾਉਂਸਲ ਦੀ ਇਸ ਪਾਵਰ ਨੂੰ ਵੀ ਰੈਕਗਨਾਈਜ਼ ਕਰਦਾ ਹੈ ਕਿ ਡਿਸਟ੍ਰਿਕਟ ਕਾਉਂਸਲ ਜਿਹੜੀ ਹੈ ਉਹ ਸਪੈਸੀਫਾਈਡ ਟੈਕਸ ਵੀ ਇੰਪੋਜ਼ ਕਰ ਸਕਦੀ ਹੈ। ਬਿਲਕੁਲ ਸਹੀ, ਸਾਰੀਆਂ ਪਾਵਰ ਨੇ, ਇਸ ਕਰਕੇ ਟੈਕਸ ਲਗਾਉਣ ਦੀ ਵੀ ਪਾਵਰ ਹੈ ਛੋਟੀ ਮੋਟੀ। ਤੁਸੀਂ ਇਦਾਂ ਕਹਿ ਸਕਦੇ ਹੋ ਕਿ ਜਿਵੇਂ ਇੱਕ ਰੀਜਨ ਹੈ ਉਹਦੇ ਵਿੱਚ ਮੈਂ ਆਟੋਨੋਮਸ ਇੱਕ ਕਾਉਂਸਲ ਬਣਾਤੀ, ਆ ਏਰੀਆ ਦੇ ਵਿੱਚ ਮੈਂ ਆਟੋਨੋਮਸ ਕਾਉਂਸਲ ਬਣਾਤੀ। ਹੁਣ ਇਸ ਏਰੀਆ ਦੇ ਵਿੱਚ ਜੋ ਕੰਮ ਹੋ ਰਿਹਾ ਨਾ, ਛੋਟੀ ਸਰਕਾਰ ਮੰਨ ਲਓ ਤੁਸੀਂ ਇਹਨੂੰ ਬਸ ਕਿ ਇਹ ਛੋਟੀ ਸਰਕਾਰ ਹੈ, ਨਿੱਕੀ ਸਰਕਾਰ ਜਿਹੜੀ ਕਿ ਆਪਣੇ ਮਨ ਚਾਹੇ ਮਤਲਬ ਇਵੈਂਟਸ ਜਿਹੜੇ ਨੇ ਉਹਨਾਂ ਨੂੰ ਪਰਫਾਰਮ ਕਰੇਗੀ, ਆਪਣੇ ਮਨ ਚਾਹੇ ਕਿਤੇ ਪਰਫਾਰਮ ਕਰੇਗੀ ਤੇ ਆਪਣੇ ਮਨ ਦੇ ਅਨੁਸਾਰ ਹੀ ਕੰਮ ਕਰੇਗੀ ਤੇ ਆਪਣੇ ਏਰੀਆ ਨੂੰ ਆਪ ਹੀ ਡਿਵੈਲਪ ਕਰੇਗੀ, ਠੀਕ ਹੈ। ਆਟੋਨੋਮਸ ਕਾਫੀ ਹੱਦ ਤੱਕ ਮਤਲਬ ਤੁਸੀਂ ਮੰਨ ਲਓ ਅਪਰੋਕਸੀਮੇਟਲੀ 95% ਇਹਨਾਂ ਕੋਲ ਪਾਵਰਸ ਹੁੰਦੀਆਂ ਹੀ ਨੇ, ਠੀਕ ਹੈ। ਪਰ ਕੁਝ ਜਿਹੜੀਆਂ ਪਾਵਰ ਨੇ ਉਹ ਸਟੇਟ ਕੋ ਵੀ ਹੁੰਦੀਆਂ ਨੇ। ਪੂਰੀ ਆਪਾਂ 100% ਨਹੀਂ ਦੇ ਸਕਦੇ ਕਿਉਂਕਿ ਅੱਗੇ ਚੱਲ ਕੇ ਚਲੋ ਜੇ ਇਹਨਾਂ ਨੇ ਬਾਈ ਚਾਂਸ ਬਾਈਕਾਟ ਹੀ ਕਰਤਾ ਪੂਰੇ ਕੰਟਰੀ ਨੂੰ, ਫਿਰ ਆਪਾਂ ਕੀ ਕਰਾਂਗੇ, ਹਨਾ। ਪਰ ਕਾਫੀ ਹੱਦ ਤੱਕ ਇਹਨਾਂ ਨੂੰ ਪਾਵਰਸ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਦੋਨੋਂ ਹੀ ਪੁਆਇੰਟਸ ਜਿਹੜੇ ਨੇ ਉਹ ਸਹੀ ਨੇ, ਬੋਥ 1 and 2। ਅਗਲਾ ਕੁਐਸਚਨ ਜਿਹੜਾ ਹੈ ਉਹ ਤੁਸੀਂ ਦੱਸਣਾ ਇਹਨਾਂ ਵਿੱਚੋਂ ਕਰੈਕਟ ਸਟੇਟਮੈਂਟ ਕਿਹੜੀ ਹੈ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ, ਪੋਲਿਟੀ ਦਾ ਕੁਐਸਚਨ ਹੈ ਕਿ ਜਿਹੜੇ ਟ੍ਰੇਡ ਯੂਨੀਅਨ, ਇੰਡਸਟਰੀਅਲ ਤੇ ਲੇਬਰ ਡਿਸਪਿਊਟ ਹੁੰਦੇ ਨੇ ਉਹ ਸਾਰੇ ਕਨਕਰੈਂਟ ਲਿਸਟ ਦੇ ਵਿੱਚ ਆਉਂਦੇ ਨੇ। ਕਨਕਰੈਂਟ ਲਿਸਟ ਕੀ ਹੁੰਦੀ ਹੈ ਕਿ ਇਹਦੇ ਉੱਤੇ ਸੈਂਟਰ ਤੇ ਸਟੇਟ ਦੋਨੋਂ ਜਣੇ ਕਾਨੂੰਨ ਬਣਾ ਸਕਦੇ ਨੇ। ਇਹ ਜਿਹੜਾ ਪੁਆਇੰਟ ਹੈ ਇਹ ਬਿਲਕੁਲ ਸਹੀ ਹੈ, ਠੀਕ ਹੈ। ਅਗਲੀ ਸਟੇਟਮੈਂਟ ਕੀ ਕਹਿੰਦੀ ਹੈ ਕਿ ਵੈਲਫੇਅਰ ਆਫ ਲੇਬਰ। ਹੁਣ ਦੇਖੋ ਕੁਐਸਚਨ ਜਿਹੜਾ ਫਰੇਮ ਕੀਤਾ ਨਾ ਉਹਦੇ ਚ ਤੁਹਾਨੂੰ ਆਪ ਹੀ ਹਿੰਟ ਦੇ ਛੱਡਿਆ ਉਹਨਾਂ ਨੇ। ਪਹਿਲੇ ਵਿੱਚ ਤਾਂ ਉਹਨਾਂ ਨੇ ਕਹਿਤਾ ਲੇਬਰ ਦੀ ਗੱਲ ਜਿਹੜੀ ਉਹ ਕਨਕਰੈਂਟ ਚ ਆਉਂਦੀ ਹੈ, ਦੂਜੇ ਚੋਂ ਕਹਿ ਰਹੇ ਨੇ ਕਿ ਲੇਬਰ ਦੀ ਕੋਈ ਵੀ ਗੱਲ ਹੈ ਉੱਥੇ ਸਟੇਟ ਲਿਸਟ ਚ ਆਉਂਦੀ ਹੈ, ਤਾਂ ਪੋਸੀਬਲ ਹੀ ਨਹੀਂ ਹੈ, ਕੰਟਰਾਡਿਕਟਰੀ ਹੋ ਗਿਆ ਨਾ। ਲੇਬਰ ਤਾਂ ਕਨਕਰੈਂਟ ਦੇ ਵਿੱਚ ਆਉਂਦਾ ਹੈ, ਇਹਦਾ ਮਤਲਬ ਸੈਕਿੰਡ ਪੁਆਇੰਟ ਜਿਹੜਾ ਹੈ ਉਹ ਗਲਤ ਹੈ। ਸਾਡੇ ਕੋ ਆਨਸਰ ਕੀ ਆ ਗਿਆ 36 ਦਾ A ਓਨਲੀ। ਮਤਲਬ ਸਾਡਾ ਪਹਿਲਾ ਪੁਆਇੰਟ ਸਹੀ ਹੈ, ਦੂਜੀ ਜਿਹੜੀ ਚੀਜ਼ ਹੈ ਨਾ ਉਹ ਵੀ ਕਨਕਰੈਂਟ ਦੇ ਅੰਡਰ ਹੀ ਆਉਂਦੀ ਹੈ। 37th ਕੁਐਸਚਨ ਕੀ ਕਹਿੰਦਾ ਹੈ ਕਿ ਜਿਹੜੇ ਆਰਡੀਨਰੀ ਬਿੱਲ ਹੁੰਦੇ ਨੇ ਉਹ ਕਿ ਸਟੇਟ ਲੈਜਿਸਲੇਚਰ ਦੇ ਦੁਆਰਾ ਜਦੋਂ ਪਾਸ ਕੀਤੇ ਜਾਂਦੇ ਨੇ ਤਾਂ ਗਵਰਨਰ ਨੂੰ ਦਿੱਤੇ ਜਾਂਦੇ ਨੇ। ਫਾਈਨਲ ਜਿਹੜੀ ਅਥਾਰਟੀ ਹੁੰਦੀ ਹੈ ਉਹ ਗਵਰਨਰ ਕੋ ਹੁੰਦੀ ਹੈ, ਪਰ ਗਵਰਨਰ ਕੀ ਕਰ ਸਕਦੇ ਨੇ, ਉਸ ਬਿੱਲ ਨੂੰ ਆਪਣੇ ਕੋਲ ਰੱਖ ਵੀ ਸਕਦੇ ਨੇ ਕਿ ਮੈਂ ਕੋਈ ਸਾਈਨ ਨਹੀਂ ਕਰਾਂਗਾ, ਆਪਣੇ ਕੋਲ ਰੱਖ ਲਿਆ, ਕੋਈ ਡਿਸੀਜਨ ਨਹੀਂ ਲਿਆ, ਜਾਂ ਫਿਰ ਉਸ ਬਿੱਲ ਨੂੰ ਵਾਪਿਸ ਕਰ ਸਕਦੇ ਨੇ ਕਿ ਤੁਸੀਂ ਇਸ ਬਿੱਲ 'ਚ ਥੋੜੇ ਬਹੁਤੇ ਚੇਂਜਸ ਕਰੋ ਕਿਉਂਕਿ ਸਹੀ ਨਹੀਂ ਹੈ। ਤੇ ਉਸ ਤੋਂ ਬਾਅਦ ਵੀ ਜੇ ਬਿੱਲ ਵਾਪਿਸ ਆ ਗਿਆ ਨਾ, ਰਿਟਰਨ ਕਰਨ ਤੋਂ ਬਾਅਦ ਵੀ ਬਿਨਾਂ ਮੋਡੀਫਿਕੇਸ਼ਨ ਦੇ ਵਾਪਿਸ ਆ ਗਿਆ, ਹੁਣ ਫਿਰ ਗਵਰਨਰ ਨੂੰ ਸਾਈਨ ਕਰਨੇ ਹੀ ਪੈਣੇ ਨੇ, ਫਿਰ ਮੈਂਡੇਟਰੀ ਹੁੰਦਾ ਜਦੋਂ ਦੂਜੀ ਵਾਰ ਵਾਪਸ ਆ ਜਾਵੇ, ਠੀਕ ਹੈ। ਇਹ ਪੁਆਇੰਟ ਬਿਲਕੁਲ ਸਹੀ ਹੈ ਕਿ ਉਹ ਬਿੱਲ ਤੇ ਐਕਸ਼ਨ ਲੈ ਸਕਦੇ ਨੇ, ਤਰ੍ਹਾਂ ਦੇ ਐਕਸ਼ਨ। ਉਹਨਾਂ ਕੋਲ ਡਿਸਕ੍ਰਿਸ਼ਨਰੀ ਪਾਵਰ ਹੁੰਦੀ ਹੈ ਗਵਰਨਰ ਕੋ ਐਕਸ਼ਨ ਲੈਣ ਦੀ, ਜਾਂ ਤਾਂ ਆਪਣੇ ਅਸੈਂਟ ਨੂੰ ਵਿਦਹੋਲਡ ਕਰ ਲੈਣ ਜਾਂ ਫਿਰ ਬਿੱਲ ਨੂੰ ਰਿਟਰਨ ਕਰ ਦੇਣ। ਸੈਕਿੰਡ ਜਿਹੜਾ ਪੁਆਇੰਟ ਹੈ ਨਾ ਉਹ ਕੀ ਕਹਿੰਦਾ ਹੈ ਕਿ ਜਿਹੜਾ ਬਿੱਲ ਵੀ ਸਟੇਟ ਲੈਜਿਸਲੇਚਰ ਪਾਸ ਕਰ ਦਿੰਦੀ ਹੈ, ਜੇ ਉਹ ਹਾਈ ਕੋਰਟ ਦੀ ਪੋਜੀਸ਼ਨ ਨੂੰ ਡੈਰੋਗੇਟ ਕਰਦਾ ਹੈ, ਮਤਲਬ ਹਾਈ ਕੋਰਟ ਦੀ ਪੋਜੀਸ਼ਨ ਨੂੰ ਨੀਵਾਂ ਦਿਖਾਉਂਦਾ ਹੈ, ਤਾਂ ਇਸ ਬਿੱਲ ਵਾਸਤੇ ਗਵਰਨਰ ਦਾ ਐਕਸ਼ਨ ਕੀ ਹੋਣਾ ਚਾਹੀਦਾ ਹੈ, ਗਵਰਨਰ ਨੂੰ ਇਹ ਬਿੱਲ ਪੱਕਾ ਵਾਪਿਸ ਹੀ ਕਰਨਾ ਚਾਹੀਦਾ ਹੈ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਕਿ ਹਾਈ ਕੋਰਟ ਦੀ ਪਾਵਰ ਨੂੰ ਤੁਸੀਂ ਡੈਰੋਗੇਟਰੀ ਕਰ ਦਿਓ। ਪਰ ਇਹ ਪੁਆਇੰਟ ਗਲਤ ਹੈ ਕਿਉਂਕਿ ਜੇ ਕੋਈ ਇਦਾਂ ਦਾ ਬਿੱਲ ਆਉਂਦਾ ਹੈ ਨਾ ਕਿ ਜਿਹਦੇ ਵਿੱਚ ਹਾਈ ਕੋਰਟ ਦੀ ਪਾਵਰ ਨੂੰ ਤੁਸੀਂ ਚੈਲੰਜ ਕਰਤਾ ਜਾਂ ਫਿਰ ਤੁਸੀਂ ਉਹਦਾ ਅਪਮਾਨ ਕਰਤਾ ਉਸ ਬਿੱਲ ਦੇ ਵਿੱਚ, ਤਾਂ ਉਹ ਜਿਹੜੀ ਪਾਵਰ ਉਹ ਸਿੱਧੀ ਪ੍ਰੈਜ਼ੀਡੈਂਟ ਕੋ ਹੈ, ਉਹ ਬਿੱਲ ਫਿਰ ਸਿੱਧਾ ਪ੍ਰੈਜ਼ੀਡੈਂਟ ਕੋਲ ਹੀ ਜਾਊਗਾ।
मतलब गवर्नर ਦੇ ਕੋਲ ਇਦਾਂ ਦਾ ਨਹੀਂ ਹੈ ਕਿ ਗਵਰਨਰ ਵਾਪਸ ਕਰ ਦੇਣਗੇ ਸਟੇਟ ਲੈਜਿਸਲੇਚਰ ਨੂੰ, ਇਹ ਬਿੱਲ ਫਿਰ ਸਿੱਧਾ ਪ੍ਰੈਜ਼ੀਡੈਂਟ ਕੋ ਜਾਊਗਾ, ਪ੍ਰੈਜ਼ੀਡੈਂਟ ਹੀ ਦੇਖਣਗੇ ਇਸ ਬਿੱਲ ਦਾ ਕੀ ਕੀਤਾ ਜਾਏਗਾ। ਇਹਦਾ ਮਤਲਬ ਜਿਹੜਾ ਸੈਕਿੰਡ ਪੁਆਇੰਟ ਹੈ ਉਹ ਗਲਤ ਹੈ, ਕਿਉਂਕਿ ਫਰਸਟ ਪੁਆਇੰਟ ਜਿਹੜਾ ਉਹ ਸਾਡਾ ਸਹੀ ਹੈ, ਇਸ ਕਰਕੇ ਕਰੈਕਟ ਇਜ਼ ਆਪਸ਼ਨ ਏ। ਅਗਲਾ ਕੁਐਸਚਨ ਕਿਹਦੇ ਤੇ ਹੈ, ਸ਼ੈਡਿਊਲਡ ਟ੍ਰਾਈਬ ਤੇ ਅਦਰ ਟ੍ਰੈਡੀਸ਼ਨਲ ਫੋਰੈਸਟ ਡਿਵੈਲਪਰ ਐਕਟ ਤੇ ਹੈ, ਜਿਹੜਾ ਕਿ 2006 ਦੇ ਵਿੱਚ ਆਇਆ ਸੀ। ਹੁਣ ਇਹ ਐਕਚੁਅਲ ਦੇ ਵਿੱਚ ਹੈਗਾ ਕਿ ਜਿਵੇਂ ਮੈਂ ਕਹਿ ਦਵਾਂ ਤੁਹਾਨੂੰ ਕਿ ਪੁਰਾਣੇ ਟਾਈਮ 'ਚ ਪਿੰਡਾਂ ਦੇ ਵਿੱਚ ਕਹਿ ਦੋ ਤੇ ਜੰਗਲਾਂ ਦੇ ਵਿੱਚ ਕਹਿ ਦੋ ਲੋਕੀ ਰਹਿੰਦੇ ਸੀ, ਟ੍ਰਾਈਬਸ ਰਹਿੰਦੀਆਂ ਸੀ, ਠੀਕ ਹੈ। ਹੁਣ ਉੱਥੇ 50-50 ਸਾਲਾਂ ਤੋਂ ਰਹਿ ਰਹੇ ਨੇ, ਠੀਕ ਹੈ, ਪੁਸ਼ਤੈਨੀ ਨੇ ਬਹੁਤ ਹੀ ਜ਼ਿਆਦਾ। ਤੇ ਫਿਰ ਇਹ ਐਕਟ ਬਣਾਏ ਗਏ ਜਦੋਂ ਅਸੀਂ ਆਜ਼ਾਦ ਹੋ ਗਏ, ਸਾਡਾ ਕੰਟਰੀ ਆਜ਼ਾਦ ਹੋ ਗਿਆ। ਇਹ ਸਾਰੇ ਐਕਟ ਬਣਾਏ ਗਏ ਤਾਂ ਕਿ ਉਹ ਜਿਹੜੇ ਟ੍ਰਾਈਬਸ ਨੇ ਉਹਨਾਂ ਦੇ ਵੈਲਫੇਅਰ ਕੀਤਾ ਜਾ ਸਕੇ। ਪਰ ਇਦਾਂ ਨਹੀਂ ਕਰਨਾ ਕਿ ਅਸੀਂ ਉਹਨਾਂ ਨੂੰ ਜੰਗਲਾਂ ਚੋਂ ਕੱਢ ਕੇ ਸ਼ਹਿਰਾਂ 'ਚ ਲੈ ਆਈਏ, ਕਿਉਂਕਿ ਉਹ 50-50 ਸਾਲ ਤੋਂ 100-100 ਸਾਲ ਤੋਂ ਰਹਿ ਰਹੇ ਨੇ, ਹਨਾ, ਲਗਾਵ ਹੈ ਉਹਨਾਂ ਦਾ ਆਪਣੀ ਜਗ੍ਹਾ ਦੇ ਨਾਲ। ਇਸ ਕਰਕੇ ਇਹ ਐਕਟ ਬਣਾਇਆ ਗਿਆ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਰਾਈਟਸ ਵੀ ਦੇਵਾਂਗੇ ਉੱਥੇ ਰਹਿਣ ਵਾਸਤੇ, ਤੇ ਅਸੀਂ ਨਾਲ-ਨਾਲ ਫੋਰੈਸਟ ਨੂੰ ਪ੍ਰੀਜ਼ਰਵ ਵੀ ਕਰਾਂਗੇ, ਕਿਉਂਕਿ ਫੋਰੈਸਟ ਹੁੰਦੀ ਤਾਂ ਪ੍ਰੋਪਰਟੀ ਮਤਲਬ ਐਟ ਦਾ ਐਂਡ ਸਟੇਟ ਦੀ ਹੈ ਨਾ। ਹੁਣ ਇੱਥੇ ਸਟੇਟ ਦਾ ਮਤਲਬ ਕੰਟਰੀ ਹੋ ਗਿਆ, ਤੁਸੀਂ ਇਹ ਹਿਸਾਬ ਲਾ ਲਓ। ਹੁਣ ਦੇਖੋ ਇਹ ਜਿਹੜੀ ਇਹਦੇ ਵਿੱਚ ਕੀ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਮਤਲਬ ਫੋਰੈਸਟ ਦੇ ਵਿੱਚ ਰਹਿਣ ਵਾਲੀ ਕੋਈ ਟ੍ਰਾਈਬ ਹੈ, ਕੋਈ ਇੱਕ ਬੰਦਾ ਹੈ ਟ੍ਰਾਈਬ ਦਾ, ਜੇ ਉਹਨੇ ਆਪਣਾ ਰਾਈਟ ਦੱਸਣਾ ਹੈ, ਆਪਣਾ ਕਲੇਮ ਕਰਨਾ ਹੈ ਪ੍ਰੋਪਰਟੀ ਤੇ ਕਿ ਮੈਂ ਇਸ ਪ੍ਰੋਪਰਟੀ ਦਾ ਵਾਰਸ ਹਾਂ, ਇਹ ਫਾਈਨਲ ਜਿਹੜੇ ਡਿਸੀਜਨ ਹੈ ਨਾ ਕਲੇਮ ਦਾ, ਉਹ ਕੌਣ ਲਏਗਾ, ਤੁਸੀਂ ਇਹ ਦੱਸਣਾ ਇਹਦੇ ਵਿੱਚੋਂ। ਦੇਖੋ ਕਿਹਾ ਹੈ ਨਾ ਕਿ ਹੂ ਹੈਜ਼ ਦਾ ਅਥਾਰਟੀ, ਜਿਹੜੀ ਕਿ ਨੇਚਰ ਤੇ ਐਕਸਟੈਂਟ ਨੂੰ ਡਿਸਾਈਡ ਕਰੂਗੀ ਕਿਸੇ ਵੀ ਇੰਡੀਵਿਜੂਅਲ ਦਾ ਜਾਂ ਫੈਮਿਲੀ ਦਾ ਉਸ ਪ੍ਰੋਪਰਟੀ ਦੇ ਰਾਈਟ ਦੇ ਨਾਲ ਰਿਲੇਟਡ, ਕਿ ਉਸ ਪ੍ਰੋਪਰਟੀ ਤੇ ਤੁਹਾਡਾ ਹੱਕ ਹੈਗਾ ਹੈ ਕਿ ਨਹੀਂ ਹੈਗਾ। ਇਹ ਕੌਣ ਅਥਾਰਟੀ ਹੈ ਜਿਹੜੀ ਕਿ ਇਸ ਪ੍ਰੋਸੈਸ ਨੂੰ ਸਟਾਰਟ ਕਰੇਗੀ? ਇਹਦਾ ਸਹੀ ਆਨਸਰ ਹੈ ਗ੍ਰਾਮ ਸਭਾ। ਗ੍ਰਾਮ ਸਭਾ ਹੀ ਹੁੰਦੀ ਹੈ, ਕਿਉਂਕਿ ਦੇਖੋ ਗ੍ਰਾਮ ਸਭਾ ਕੀ ਹੁੰਦੀ ਹੈ, ਉਸੇ ਏਰੀਆ ਦੇ ਲੋਕ ਹੁੰਦੇ ਨੇ ਗ੍ਰਾਮ ਸਭਾ ਦੇ ਵਿੱਚ। ਹੁਣ ਸਾਨੂੰ ਕਿੱਦਾਂ ਪਤਾ ਕੋਈ ਉੱਥੇ 300 ਸਾਲ ਤੋਂ ਰਹਿ ਰਹੇ ਨੇ ਜਾਂ ਫਿਰ 100 ਸਾਲ ਤੋਂ ਰਹਿ ਰਹੇ ਨੇ? ਇਹ ਤਾਂ ਉਸ ਲੋਕਾਂ ਨੂੰ ਹੀ ਪਤਾ ਹੋਏਗਾ ਨਾ ਜਿਹੜੇ ਉੱਥੇ ਰਹਿ ਰਹੇ ਨੇ। ਇਸ ਕਰਕੇ ਗ੍ਰਾਮ ਸਭਾ ਨੂੰ ਇਹ ਪਾਵਰ ਦਿੱਤੀ ਗਈ ਹੈ ਕਿ ਉਹੀ ਡਿਸਾਈਡ ਕਰੇਗੀ ਕਿ ਇਹ ਬੰਦਾ ਜਿਹੜਾ ਹੈ, ਇਹ ਪ੍ਰੋਪਰਟੀ ਇਸ ਬੰਦੇ ਨੂੰ ਬਿਲੋਂਗ ਕਰਦੀ ਹੈ ਕਿ ਨਹੀਂ ਕਰਦੀ, ਕਿਉਂਕਿ ਉਹਨੂੰ ਪਤਾ ਹੋਏਗਾ ਕਿ ਇਹ ਬੰਦੇ ਦੀ ਪੁਸ਼ਤਾਂ ਜਿਹੜੀਆਂ ਨੇ ਉਹ ਇਸ ਜੰਗਲ ਦੇ ਏਰੀਆ ਦੇ ਵਿੱਚ ਰਹੀਆਂ ਨੇ ਕਿ ਨਹੀਂ ਰਹੀਆਂ ਨੇ। ਇਸ ਕਰਕੇ ਗ੍ਰਾਮ ਸਭਾ ਦਾ ਸਹੀ ਆਨਸਰ ਹੈ। ਅਗਲਾ ਕੁਐਸਚਨ ਕੀ ਹੈ, ਤੁਸੀਂ ਦੱਸਣਾ ਹੈ ਕਿ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦਾ ਇਹਨਾਂ ਵਿੱਚੋਂ ਕਿਹੜਾ ਪ੍ਰੋਵੀਜ਼ਨ ਨਹੀਂ ਹੈ। ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1950 ਬਹੁਤ ਇੰਪੋਰਟੈਂਟ ਹੈ, ਨਾਟ ਅ ਪ੍ਰੋਵੀਜ਼ਨ। ਦੇਖੋ ਜਿਹੜਾ ਪਹਿਲਾ ਪੁਆਇੰਟ ਹੈ ਨਾ ਉਹੀ ਸਾਡਾ ਆਨਸਰ ਹੈ। ਕਿਉਂ? ਕਿਉਂਕਿ ਜਿਹੜੀ ਕੁਆਲੀਫਿਕੇਸ਼ਨ ਤੇ ਡਿਸਕੁਆਲੀਫਿਕੇਸ਼ਨ ਹੁੰਦੀ ਹੈ ਨਾ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰ ਦੇ ਮੈਂਬਰਸ ਦੀ, ਮਤਲਬ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਤੋਂ ਹਟਾ ਦੇਣਾ ਜਾਂ ਮੈਂਬਰਸ਼ਿਪ ਦੇ ਵਿੱਚ ਲੈ ਕੇ ਆ ਜਾਣਾ, ਇਹ ਸਾਰਾ ਕੁਝ ਆਲਰੇਡੀ ਕਨਸਟੀਟਿਊਸ਼ਨ 'ਚ ਮੈਂਸ਼ਨ ਹੈ। ਇੱਥੇ ਉਹਨਾਂ ਨੇ ਗੱਲ ਕੀਤੀ ਹੈ ਐਕਟ ਦੇ ਅੰਡਰ ਕਿਹੜੀ ਚੀਜ਼ ਮੈਂਸ਼ਨ ਹੈ। ਹੁਣ ਸਿੱਧਾ ਜਿਹੜੀ ਕੁਆਲੀਫਿਕੇਸ਼ਨ ਹੈ ਨਾ ਉਹ ਕਨਸਟੀਟਿਊਸ਼ਨ ਦੇ ਆਰਟੀਕਲਸ 'ਚ ਹੀ ਮੈਂਸ਼ਨ ਹੈ। ਸਿੱਧਾ ਆਰਟੀਕਲ ਦੇ ਵਿੱਚ ਹੀ ਲਿਖਿਆ ਹੈ ਕਿ ਤੁਸੀਂ ਮੈਂਬਰ ਨੂੰ ਕਿੱਦਾਂ ਹਟਾ ਸਕਦੇ ਹੋ, ਕਿੱਦਾਂ ਉਹਨੂੰ ਵਾਪਸ ਨੋਮੀਨੇਟ ਕਰ ਸਕਦੇ ਹੋ ਜਾਂ ਕਿੱਦਾਂ ਉਹਨੂੰ ਕੁਆਲੀਫਾਈ ਕਰਵਾ ਸਕਦੇ ਹੋ। ਲਿਖਿਆ ਹੁੰਦਾ ਹੈ ਨਾ ਕਿ ਪ੍ਰੈਜ਼ੀਡੈਂਟ ਜਿਹੜੇ ਨੇ ਉਹ 35 ਸਾਲ ਦੀ ਏਜ ਹੋਣੀ ਚਾਹੀਦੀ ਹੈ, ਮਤਲਬ ਜਿੰਨੀ ਵੀ ਹੋਣੀ ਚਾਹੀਦੀ ਹੈ। ਜੇ ਤੁਸੀਂ ਲੋਕ ਸਭਾ ਦਾ ਮੈਂਬਰ ਬਣਨਾ ਤੁਹਾਡੀ ਇੰਨੀ ਏਜ ਹੋਣੀ ਚਾਹੀਦੀ ਹੈ, ਤੁਸੀਂ ਭਾਰਤ ਦੇ ਨਾਗਰਿਕ ਹੋਣੇ ਚਾਹੀਦੇ ਹੋ। ਇਹ ਸਾਰਾ ਕੁਝ ਕਿੱਥੇ ਮੈਂਸ਼ਨ ਹੈ? ਆਲਰੇਡੀ ਕਨਸਟੀਟਿਊਸ਼ਨ 'ਚ ਮੈਂਸ਼ਨ ਹੈ, ਠੀਕ ਹੈ। ਇਸ ਕਰਕੇ ਪੁਆਇੰਟ ਜਿਹੜਾ ਬਿਲਕੁਲ ਸਹੀ ਹੈ, ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 'ਚ ਨਹੀਂ ਮੈਂਸ਼ਨ ਹੈਗੀ, ਇਹ ਕਨਸਟੀਟਿਊਸ਼ਨ 'ਚ ਮੈਂਸ਼ਨ ਆ। ਸਾਡੇ ਕੋਲ ਪੁੱਛਿਆ ਕੀ ਆ, ਕਿਹੜਾ ਇਹਨਾਂ ਵਿੱਚੋਂ ਨਾਟ ਅ ਪ੍ਰੋਵੀਜ਼ਨ ਜਿਹੜਾ ਕਿ ਨਹੀਂ ਮੈਂਸ਼ਨ ਹੈ। ਆਪਸ਼ਨ ਏ ਦਾ ਆਨਸਰ ਹੈ। ਬਾਕੀ ਜਿਹੜੇ ਪੁਆਇੰਟ ਨੇ ਕਿ ਹਾਊਸ ਆਫ ਪੀਪਲ ਨੂੰ ਕਿੰਨੀਆਂ ਸੀਟਸ ਦਿੱਤੀਆਂ ਜਾਣਗੀਆਂ, ਸਟੇਟ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਕਿੰਨੀਆਂ ਸੀਟ ਦਿੱਤੀਆਂ ਜਾਣਗੀਆਂ, 400 ਦਿੱਤੀਆਂ ਜਾਣਗੀਆਂ, 200 ਦਿੱਤੀਆਂ ਜਾਣਗੀਆਂ, ਜਿੰਨੀਆਂ ਵੀ, ਉਹ ਸਾਰਾ ਕੁਝ ਆਰਪੀਏ ਐਕਟ ਦੇ ਅੰਡਰ ਡਿਸਾਈਡ ਹੁੰਦਾ ਹੈ। ਡੀਲਿਮਿਟੇਸ਼ਨ ਆਫ ਪਾਰਲੀਮੈਂਟਰੀ ਮਤਲਬ ਕਿੰਨੀ ਬਾਉਂਡਰੀ ਦਿੱਤੀ ਜਾਊਗੀ ਜਦੋਂ ਇਲੈਕਸ਼ਨ ਲੜੇ ਜਾਣਗੇ। ਕਨਸਟੀਟੂਐਂਸੀ ਬਣਾਈ ਜਾਂਦੀ ਹੈ ਨਾ ਕਿ ਇੰਨੇ ਤੋਂ ਇੰਨੇ ਤੱਕ ਆ ਬੰਦਾ ਖੜਾ ਹੋਇਆ, ਅਗਲੇ ਤੋਂ ਅਗਲੇ ਤੱਕ ਆ ਬੰਦਾ ਖੜਾ ਹੋਇਆ। ਉਹ ਜਿਹੜੀ ਡੀਲਿਮਿਟੇਸ਼ਨ ਹੁੰਦੀ ਹੈ ਨਾ, ਉਹ ਸਾਰਾ ਜਿਹੜਾ ਡਿਸੀਜਨ ਹੈ ਨਾ ਉਹ ਇਸੇ ਐਕਟ ਦੇ ਅੰਡਰ ਲਿਆ ਜਾਂਦਾ ਹੈ। ਜਿਹੜਾ ਫੋਰਥ ਪੁਆਇੰਟ ਹੈ ਕਿ ਲੋਕਲ ਅਥਾਰਟੀ ਜਿਹੜੀਆਂ ਨੇ ਹਨਾ, ਉਹਨਾਂ ਬਾਰੇ ਪੂਰਾ ਡਿਸੀਜਨ ਜਿਹੜਾ ਇਲੈਕਸ਼ਨ ਦਾ, ਕਾਉਂਸਲ ਦਾ, ਉਹ ਸਾਰਾ ਵੀ ਇਸੇ ਐਕਟ ਦੇ ਅੰਡਰ ਮੈਂਸ਼ਨ ਕੀਤਾ ਗਿਆ ਹੈ। ਪਹਿਲਾ ਪੁਆਇੰਟ ਸਾਡਾ ਸਹੀ ਆਨਸਰ ਹੈ ਕਿ ਕੁਆਲੀਫਿਕੇਸ਼ਨ ਤੇ ਡਿਸਕੁਆਲੀਫਿਕੇਸ਼ਨ ਸਾਡੀ ਜਿਹੜੀ ਹੈ ਉਹ ਕਨਸਟੀਟਿਊਸ਼ਨ 'ਚ ਮੈਂਸ਼ਨ ਹੈ, ਨਾ ਕਿ ਇਸ ਐਕਟ ਦੇ ਅੰਡਰ। 40th ਇਹ ਹੈਗਾ ਕੁਐਸਚਨ ਇਕਨੋਮੀ ਦਾ, ਪ੍ਰਾਇੋਰਟੀ ਸੈਕਟਰ ਲੈਂਡਿੰਗ। ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਕੈਟਾਗਰੀ ਜਿਹੜੀ ਹੈ ਉਹ ਪ੍ਰਾਇੋਰਟੀ ਸੈਕਟਰ ਲੈਂਡਿੰਗ ਵਾਸਤੇ ਐਲੀਜੀਬਲ ਹੈ। ਪ੍ਰਾਇੋਰਟੀ ਸੈਕਟਰ ਲੈਂਡਿੰਗ ਹੁੰਦੀ ਕੀ ਹੈ? ਕੋਈ ਵੀ ਬੈਂਕ ਹੈ ਨਾ, ਜਿਵੇਂ ਕਿ ਸਾਡੇ ਜਿਹੜੇ ਇੰਡੀਆ ਦੇ ਬੈਂਕ ਨੇ ਸਪੈਸੀਫਿਕਲੀ, ਉਹਨਾਂ ਨੂੰ ਆਪਣਾ 40% ਜਿਹੜਾ ਹਿੱਸਾ ਹੈ ਨਾ ਲੈਂਡਿੰਗ ਦਾ, ਉਹਨਾਂ ਨੂੰ ਦੇਣਾ ਪਏਗਾ ਕੁਝ ਇੱਕ ਸੈਕਟਰਸ ਨੂੰ ਜਿਹੜੇ ਕਿ ਆਰਬੀਆਈ ਨੇ ਡਿਸਾਈਡ ਕੀਤੇ ਨੇ। ਹੁਣ ਇਹ ਤੁਹਾਨੂੰ ਆਪਸ਼ਨ ਦਿੱਤੇ ਨੇ, ਤੁਸੀਂ ਦੱਸਣਾ ਹੈ ਇਹਨਾਂ ਵਿੱਚੋਂ ਕਿਹੜੇ ਉਹ ਸੈਕਟਰਸ ਨੇ ਜਿਹਨਾਂ ਨੂੰ ਇਹ 40% ਹਿੱਸਾ ਜਿਹੜਾ ਹੈ ਉਹ PSL ਦੇ ਅੰਡਰ ਦੇਣਾ ਪਏਗਾ। ਮਤਲਬ ਪ੍ਰਾਇੋਰਟੀ ਸੈਕਟਰ ਲੈਂਡਿੰਗ ਇਹਨਾਂ ਵਿੱਚੋਂ ਕਿਹੜੇ ਸੈਕਟਰਸ ਦੇ ਵਿੱਚ ਕਰਨੀ ਕੰਪਲਸਰੀ ਹੈ। ਪਹਿਲਾ ਪੁਆਇੰਟ ਵੀ ਸਹੀ ਹੈ, ਮਾਰਜਨਲ ਫਾਰਮਰ ਨੂੰ ਡੈਫੀਨਿਟਲੀ ਦਵਾਂਗੇ। ਹਿੱਸਾ ਕਿਹਨਾਂ ਨੂੰ ਦਵਾਂਗੇ ਆਪਾਂ? ਜਿਹੜੇ ਬੰਦੇ ਲੋਨ ਆਸਾਨੀ ਨਾਲ ਨਹੀਂ ਲੈ ਸਕਦੇ। ਇਹ ਤਾਂ ਕਾਮਨ ਸੈਂਸ ਹੈ ਨਾ। ਪ੍ਰਾਇੋਰਟੀ ਦਾ ਮਤਲਬ ਕੀ ਹੁੰਦਾ ਕਿ ਮੈਂ ਪ੍ਰਾਇੋਰਟੀ ਡਿਸਾਈਡ ਕਰਤੀ ਕਿ ਇਹਨਾਂ ਨੂੰ ਤੁਸੀਂ 40% ਤਾਂ ਲੋਨ ਦੇਣਾ ਹੀ ਹੈ। ਹੁਣ ਜੇ ਕਿਸੇ ਗਰੀਬ ਕੋ ਵਿਚਾਰੇ ਕੋਈ ਹੈ ਹੀ ਨਹੀਂ ਕਾਗਜ਼, ਤਾਂ ਕਿੱਦਾਂ ਜਾ ਕੇ ਲਊਗਾ? ਇਸ ਕਰਕੇ ਚੀਜ਼ ਜਿਹੜੀ ਹੈ ਕੀਤੀ ਗਈ ਤਾਂ ਕਿ ਆਪਾਂ ਫਾਈਨੈਂਸ਼ੀਅਲ ਇਨਕਲੂਜਨ ਜਿਹੜਾ ਉਹਨੂੰ ਵਧਾ ਸਕੀਏ।
ਸੈਕਿੰਡ ਜਿਹੜਾ ਸੈਲਫ ਹੈਲਪ ਗਰੁੱਪ, ਇਹਦੇ ਵਿੱਚ ਔਮਨ ਆ ਜਾਂਦੀਆਂ ਨੇ, ਡਿਸੇਬਲਡ ਆ ਜਾਂਦੇ ਨੇ, ਇਹ ਸਾਰਿਆਂ ਨੂੰ ਦਿੱਤਾ ਜਾਊਗਾ। ਡਿਫਰੈਂਸ਼ੀਅਲ ਰੇਟ ਆਫ ਇੰਟਰਸਟ ਸਕੀਮ ਚਲਾਈ ਜਾਊਗੀ। ਕਿਉਂ ਚਲਾਈ ਜਾਊਗੀ? ਹੁਣ ਜਿੱਦਾਂ ਕੋਈ ਸਮਾਲ ਟ੍ਰੇਡਰ ਆ ਹਨਾ, ਬਹੁਤ ਹੀ ਛੋਟਾ ਦੁਕਾਨਦਾਰ ਹੈ, ਉਹਨੇ ਲੋਨ ਲੈਣਾ, ਉਹ ਕਿੱਦਾਂ ਦੇ ਮਤਲਬ ਹਾਈ ਇੰਟਰਸਟ ਤੇ ਕਿਵੇਂ ਲੈ ਲੂਗਾ ਜੇ 10% ਤੇ ਮਿਲ ਰਿਹਾ ਹੈ? ਉਹਨੂੰ ਇਸ ਕਰਕੇ ਕੀ ਦਿੱਤੀ ਜਾਊਗੀ? ਛੂਟ ਦਿੱਤੀ ਜਾਊਗੀ ਕਿ ਤੁਹਾਨੂੰ 4% ਤੇ ਦਿੱਤਾ ਜਾਊਗਾ ਲੋਨ, ਹਨਾ। ਇਹ ਵੀ ਬਿਲਕੁਲ ਸਹੀ ਹੈ। ਡਿਸਟ੍ਰੈਸਡ ਫਾਰਮਰ ਜਿਹੜੇ ਕਿ ਮਨੀ ਲੈਂਡਰ ਹੋ ਗਏ ਹਨਾ, ਉਹਨਾਂ ਦੇ ਕਬਜ਼ੇ ਵਿੱਚ ਆ ਜਾਂਦੇ ਨੇ, ਹਾਈ ਇੰਟਰਸਟ ਤੇ ਉਹਨਾਂ ਨੂੰ ਲੋਨ ਚੱਕਣਾ ਪੈਂਦਾ ਹੈ ਕਿਉਂਕਿ ਉਹ ਐਲੀਜੀਬਲ ਨਹੀਂ ਹੁੰਦੇ ਬੈਂਕ ਦੇ ਵਿੱਚੋਂ ਲੋਨ ਲੈਣ ਵਾਸਤੇ। ਇਹਨਾਂ ਨੂੰ ਵੀ PSL ਦੇ ਅੰਡਰ ਕੀ ਹੈ? ਐਲੀਜੀਬਲ ਕੀਤਾ ਗਿਆ ਹੈ। ਬਿਲਕੁਲ ਸਹੀ ਹੈ। ਮਾਈਨੋਰਿਟੀ ਕਮਿਊਨਿਟੀਜ਼ ਨੂੰ ਵੀ ਕੀਤਾ ਗਿਆ। ਮਾਈਨੋਰਿਟੀ ਦਾ ਇਟਸੈਲਫ ਹੀ ਮਤਲਬ ਹੈ ਕਿ ਉਹਨਾਂ ਕੋਲ ਆਲਰੇਡੀ ਉਹ ਬਹੁਤ ਡਿਵੈਲਪ ਨਹੀਂ ਨੇ ਤੇ ਇਸ ਕਰਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਡਿਵੈਲਪ ਕਰਨ ਵਾਸਤੇ ਇਹ ਫਾਈਨੈਂਸ਼ੀਅਲ ਇਨਕਲੂਜਨ ਜਿਹੜਾ ਹੈ ਉਹਦੇ ਵਿੱਚ ਇਨਵੋਲਵ ਕੀਤਾ ਗਿਆ। ਇਹ ਸਾਰੇ ਹੀ ਪੁਆਇੰਟ ਸਹੀ ਨੇ, ਇਸ ਕਰਕੇ ਸਾਡਾ ਆਨਸਰ ਕੀ ਹੈ? ਡੀ। ਸਮਾਲ ਮਾਰਜਨਲ ਫਾਰਮਰਸ, ਸੈਲਫ ਹੈਲਪ ਗਰੁੱਪ, ਡਿਫਰੈਂਸ਼ੀਅਲ ਰੇਟ ਆਫ ਇੰਟਰਸਟ, ਡਿਸਟ੍ਰੈਸਡ ਫਾਰਮਰਸ ਤੇ ਮਾਈਨੋਰਿਟੀ ਕਮਿਊਨਿਟੀਜ਼, ਬਿਲਕੁਲ ਸਹੀ ਹੈ ਸਾਰੇ। ਅਗਲਾ ਕੁਐਸਚਨ ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਸੈਟ ਆਫ ਇੰਡਸਟਰੀ ਜਿਹੜੀ ਹੈ ਉਹ 8 ਕੋਰ ਇੰਡਸਟਰੀਜ਼ ਦਾ ਪਾਰਟ ਨਹੀਂ ਹੈ। ਨੋਟ ਕੁਐਸਚਨ ਬਿਲਕੁਲ ਧਿਆਨ ਨਾਲ ਪੜ੍ਹਨਾ, ਨਹੀਂ ਹੈ। ਕੋਰ ਇੰਡਸਟਰੀਜ਼ ਜਿਹੜੀਆਂ ਨੇ ਉਹਦੇ ਵਿੱਚ 8 ਇੰਡਸਟਰੀਜ਼ ਆਉਂਦੀਆਂ ਨੇ। ਇਹਦਾ ਆਪਸ਼ਨ ਹੈ ਡੀ, ਕਿਉਂਕਿ ਜਿਹੜੀ ਫਾਰਮਾਸਿਊਟੀਕਲ ਹੈ ਨਾ ਉਹ ਕੋਰ ਇੰਡਸਟਰੀ ਦੇ ਵਿੱਚ ਨਹੀਂ ਆਉਂਦੀ, ਨਾ ਹੀ ਮੈਟਾਲਰਜੀਕਲ ਆਉਂਦੀ ਹੈ। ਬਾਕੀ ਜਿੰਨੇ ਵੀ ਤੁਹਾਨੂੰ ਦਿਖ ਰਹੇ ਨੇ ਇਹਨਾਂ ਨੂੰ ਪਲੀਜ਼ ਯਾਦ ਕਰ ਲਓ। ਕੋਲ ਹੋ ਗਿਆ, ਕਰੂਡ ਆਇਲ ਹੋ ਗਿਆ, ਨੈਚੁਰਲ ਗੈਸ, ਸਟੀਲ, ਸੀਮੈਂਟ, ਇਲੈਕਟ੍ਰਿਸਿਟੀ, ਨੈਚੁਰਲ ਗੈਸ, ਰਿਫਾਈਨਰੀ ਪ੍ਰੋਡਕਟ, ਇਹ ਸਾਰੇ ਹੀ ਸਾਰੇ ਨਾ ਕੋਰ ਇੰਡਸਟਰੀ ਦਾ ਪਾਰਟ ਨੇ। ਹੁਣ ਤੁਹਾਨੂੰ ਜਿਹੜਾ ਨਾਇਬ ਦਾ ਪੇਪਰ ਆਏਗਾ ਜਾਂ ਪਟਵਾਰੀ ਦਾ ਪੇਪਰ ਆਏਗਾ, ਤੁਹਾਡੇ ਕੋਲ ਇਦਾਂ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਉਹ ਮਤਲਬ ਕੋਰ ਇੰਡਸਟਰੀ ਦਾ ਪਾਰਟ ਨਹੀਂ ਹੈ, ਤਾਂ ਤੁਹਾਨੂੰ 7 ਆਪਸ਼ਨ ਦੇ ਦਿੱਤੇ। ਸਪੋਜ਼ ਕਰ ਲਓ ਜੇ 7 ਦੇਤੇ, ਤੁਹਾਨੂੰ ਮੈਂ ਇਦਾਂ ਲਿਖ ਕੇ ਦਿੱਤਾ 7 ਨਹੀਂ ਦਿੱਤੇ, ਮੈਂ 4 ਦੇਤੇ। ਮੈਂ ਕਹਤਾ ਕੋਲ ਹੈ, ਕਰੂਡ ਆਇਲ ਹੈ, ਫਿਰ ਮੈਂ ਤੁਹਾਨੂੰ ਕਹਤਾ ਸੀਮੈਂਟ ਹੈ। ਤੁਸੀਂ ਦੱਸਣਾ ਕਿਹੜਾ ਨਹੀਂ ਹੈ। ਮੈਂ ਤੁਹਾਨੂੰ ਐਂਡ ਤੇ ਕਹਤਾ ਮਾਈਨਿੰਗ। ਹੁਣ ਇਹਦਾ ਆਨਸਰ ਮਾਈਨਿੰਗ ਹੋਏਗਾ। ਇਸ ਕਰਕੇ ਆਪਾਂ ਇੱਕ ਇੱਕ ਚੀਜ਼ ਧਿਆਨ ਨਾਲ ਕਰਨੀ ਹੈ। ਸਾਨੂੰ 8 ਦੇ 8 ਜਿਹੜੇ ਉਹ ਨਾਮ ਨੇ ਯਾਦ ਹੋਣੇ ਚਾਹੀਦੇ ਨੇ ਜਿਹੜੇ ਕਿ ਕੋਰ ਇੰਡਸਟਰੀ ਦਾ ਪਾਰਟ ਨੇ, ਠੀਕ ਹੈ। ਅਗਲਾ ਕੁਐਸਚਨ ਹੈ, ਤੁਸੀਂ ਦੱਸਣਾ ਹੈ ਕਿ RBI ਨੇ ਹੁਣੇ ਡੋਮੈਸਟਿਕ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਕਿਹਨੂੰ ਡਿਕਲੇਅਰ ਕੀਤਾ। ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਐਕਚੁਅਲ ਦੇ ਵਿੱਚ ਕੀ ਹੁੰਦੇ ਨੇ? ਜਿਹੜੇ ਕੀ ਹੁੰਦੇ ਨੇ ਟੂ ਬਿਗ ਟੂ ਫੇਲ। ਮਤਲਬ ਜਿਹੜੀ ਸਾਡੀ ਇਕਨੋਮੀ ਹੈ ਨਾ ਉਹ ਇਹਨਾਂ ਤੇ ਟਿਕੀ ਹੈ। ਜੇ ਬਾਈ ਚਾਂਸ ਇਹ ਫੇਲ ਹੋ ਗਈ ਤਾਂ ਸਾਡੀ ਇਕਨੋਮੀ ਕੋਲੈਪਸ ਹੋ ਜਾਏਗੀ, ਠੀਕ ਹੈ। ਮਤਲਬ ਇਹ ਬਹੁਤ ਹੀ ਵੱਡੇ ਹੁੰਦੇ ਨੇ। ਹੁਣ ਬਹੁਤ ਹੀ ਲੋਕਾਂ ਨੇ ਇਹਦੇ ਵਿੱਚ ਪੈਸਾ ਜਿਹੜਾ ਜਮ੍ਹਾਂ ਕਰਾਇਆ ਹੁੰਦਾ ਹੈ, ਇਹਨਾਂ ਦੇ ਉੱਤੇ ਹੀ ਸਾਰੀ ਇਕਨੋਮੀ ਚੱਲਦੀ ਹੈ। ਜਿਵੇਂ ਕਿ ਸਾਡਾ SBI ਸਭ ਤੋਂ ਪਹਿਲਾਂ, ਸਟੇਟ ਬੈਂਕ ਆਫ ਇੰਡੀਆ 'ਚ ਕਿਹਦਾ ਅਕਾਊਂਟ ਨਹੀਂ ਹੋਏਗਾ ਹਨਾ। ਇਸ ਕਰਕੇ ਬੜੇ ਲੋਕਾਂ ਦਾ ਪੈਸਾ ਹੈ, ਜੇ ਡੁੱਬ ਗਿਆ ਤਾਂ ਇਕਨੋਮੀ ਡੁੱਬ ਜਾਏਗੀ। ਐਦੀ ਆ ਦੇਖੋ ਨਿਊਜ਼ ਦੇ ਵਿੱਚ ਸੀਗਾ ਨਾ ਜਨਵਰੀ 2021 ਦੇ ਵਿੱਚ, ਡਾਇਰੈਕਟ ਕੁਐਸਚਨ ਸਿੱਧਾ SBI, ICIC, HDFC। ਹੁਣ ਦੇਖੋ ਹੁਣ ਕੀ ਹੈ ਕਿ RBI ਨੇ ਹੁਣੇ ਕਿ ਇਹਨਾਂ ਨੂੰ ਡੋਮੈਸਟਿਕਲੀ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਡਿਕਲੇਅਰ ਕੀਤਾ। ਇਹਦਾ ਸਹੀ ਆਨਸਰ ਹੈ ICICI ਬੈਂਕ। ਆ ਦੇਖੋ ਤੁਹਾਨੂੰ ਆਪਸ਼ਨ ਚਾਹੀ ਦਿਖਾਈ ਦੇ ਰਿਹਾ, ਬਾਕੀ 3 ਤਾਂ ਹੈ ਹੀ ਨਹੀਂ DSIB ਦੇ ਅੰਡਰ, ਠੀਕ ਹੈ। ICICI ਬੈਂਕ ਜਿਹੜਾ ਹੈ ਉਹਨੂੰ ਹੁਣੇ ਸਿਸਟਮੈਟਿਕਲੀ ਇੰਪੋਰਟੈਂਟ ਬੈਂਕ ਡਿਕਲੇਅਰ ਕੀਤਾ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ICICI ਬੈਂਕ ਦੇ ਵਿੱਚ ਵੀ ਅਕਾਊਂਟ ਹੈ। ਇਹ ਵੀ ਬੈਂਕ ਹੁਣ ਕਿਹਦੀ ਕੈਟਾਗਰੀ 'ਚ ਆ ਗਿਆ? ਟੂ ਬਿਗ ਟੂ ਫੇਲ। ਅਗਲਾ ਕੁਐਸਚਨ ਕਿਹਦੇ ਤੇ ਹੈ? ਪੇਮੈਂਟ ਬੈਂਕ ਤੇ ਸਮਾਲ ਫਾਈਨੈਂਸ ਬੈਂਕ ਦੇ ਕੰਪੈਰੀਜ਼ਨ ਤੇ ਕਹਿ ਸਕਦੇ ਹੋ ਤੁਸੀਂ। ਇਹਦੇ ਵਿੱਚੋਂ ਤੁਸੀਂ ਦੱਸਣਾ ਹੈ ਇਨਕਰੈਕਟ ਸਟੇਟਮੈਂਟ। 4 ਦੇ ਵਿੱਚੋਂ ਇਨਕਰੈਕਟ ਦੱਸਣੀਆਂ ਨੇ। ਕੁਐਸਚਨ ਬਹੁਤ ਲੈਂਦੀ ਹੈ, ਪਰ ਫਿਰ ਵੀ ਤੁਸੀਂ ਬਹੁਤ ਕਾਮਨ ਸੈਂਸ ਨਾਲ ਕਰ ਸਕਦੇ ਹੋ। ਪੇਮੈਂਟ ਬੈਂਕ ਕਿਹੜੀਆਂ ਹੁੰਦੀਆਂ ਨੇ? ਜਿਵੇਂ ਹੁਣ ਤੁਸੀਂ Paytm, ਬਹੁਤ ਸਾਰੇ 에ਅਰਟੈਲ ਦੀ ਆਪਣੀ ਪੇਮੈਂਟ ਬੈਂਕ ਹੈ, ਸਾਰਿਆਂ ਨੇ ਤਾਂ ਖੋਲੀ ਬੈਠੇ ਨੇ ਹਨਾ। ਹੁਣ ਦੇਖੋ ਪਹਿਲਾ ਆਪਸ਼ਨ ਕੀ ਕਹਿੰਦਾ ਹੈ ਕਿ ਜਿਹੜੀ ਪੇਮੈਂਟ ਬੈਂਕ ਹੈ ਉਹ ਡਿਪੋਜ਼ਿਟ ਨੂੰ ਐਕਸੈਪਟ ਕਰ ਸਕਦੀ ਹੈ, ਲੇਕਿਨ 1 ਲੱਖ ਰੁਪਏ ਤੋਂ ਜਿਹੜਾ ਉਹਦਾ ਬੈਲੈਂਸ ਹੈ ਨਾ ਉਹਨਾਂ ਮਿਨੀਮਮ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਪੁਆਇੰਟ ਹੈ। ਲੇਕਿਨ ਸਮਾਲ ਫਾਈਨੈਂਸ ਬੈਂਕ ਤੇ ਇਦਾਂ ਦਾ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਪਹਿਲਾ ਪੁਆਇੰਟ ਸਹੀ ਹੈ। ਦੂਜਾ ਪੁਆਇੰਟ ਕਹਿ ਰਿਹਾ ਹੈ ਕਿ ਇਹ ਲੋਨ ਨਹੀਂ ਦੇ ਸਕਦੇ ਪੇਮੈਂਟ ਬੈਂਕ, ਬਿਲਕੁਲ ਨਹੀਂ ਦੇ ਸਕਦੇ। ਹੁਣ ਤੁਸੀਂ Paytm ਤੋਂ ਲੋਨ ਕਿਵੇਂ ਲੈ ਲਓਗੇ? ਮੈਨੂੰ ਦੱਸ ਦਿਓ। ਨਹੀਂ ਲੈ ਸਕਦੇ ਨਾ। ਕ੍ਰੈਡਿਟ ਕਾਰਡ ਜਿਹੜਾ ਇਸ਼ੂ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਡੈਬਿਟ ਕਾਰਡ ਪੱਕਾ ਇਸ਼ੂ ਹੋ ਜਾਂਦਾ ਕਿ ਤੁਸੀਂ ਪੈਸੇ ਕਢਾ ਸਕਦੇ ਹੋ, ਬਈ ਕ੍ਰੈਡਿਟ ਨਹੀਂ ਲੈ ਸਕਦੇ। ਸੀ ਜਿਹੜਾ ਹੈ ਕਿ ਮੋਬਾਈਲ ਕੰਪਨੀਆਂ, ਮੈਂ ਹੁਣੀ ਤੁਹਾਨੂੰ ਦੱਸਿਆ ਨੇ 에ਅਰਟੈਲ ਦਾ ਆਪਣਾ ਹੈ। ਮੋਬਾਈਲ ਕੰਪਨੀਆਂ ਸਾਰੀਆਂ ਜਿਹੜੀਆਂ ਨੇ ਇਹ ਵੀ ਕੀ ਬਣ ਸਕਦੀਆਂ ਨੇ? ਪ੍ਰਮੋਟਰ ਬਣ ਸਕਦੀਆਂ ਨੇ Paytm ਬੈਂਕ ਦੀਆਂ, ਡੈਫੀਨਿਟਲੀ ਬਣ ਸਕਦੀਆਂ ਨੇ। ਪ੍ਰਮੋਟ ਕਰਦੀਆਂ ਨੇ, 에ਅਰਟੈਲ ਕਰਦਾ ਹੈ ਆਪਣਾ ਹਨਾ। ਲੇਕਿਨ ਸਮਾਲ ਫਾਈਨੈਂਸ ਬੈਂਕ ਵਾਸਤੇ ਇਦਾਂ ਦੀ ਕੋਈ ਚੀਜ਼ ਲਾਗੂ ਨਹੀਂ ਹੈ। ਬਿਲਕੁਲ ਸਹੀ ਪੁਆਇੰਟ ਹੈ। ਹੁਣ ਜੇ 3 ਮੇਰੇ ਸਹੀ ਹੋ ਗਏ ਤਾਂ ਇਨਕਰੈਕਟ ਮੇਰਾ ਚੌਥਾ ਹੀ ਹੈ, ਭਲਾ ਮੈਂ ਪੜਾ ਚਾਹੇ ਨਾ ਪੜਾ। ਪੇਮੈਂਟ ਬੈਂਕ ਜਿਹੜਾ ਹੈ ਨਾ ਉਹ ਇਹਨਾਂ ਨੇ ਲਿਖਿਆ ਕਿ ਮਿਊਚੁਅਲ ਫੰਡ ਨੂੰ ਸੈਲ ਨਹੀਂ ਕਰ ਸਕਦਾ, ਇੰਸ਼ੋਰੈਂਸ ਨੂੰ ਨਹੀਂ ਸੈਲ ਕਰ ਸਕਦਾ, ਪੈਨਸ਼ਨ ਨੂੰ ਨਹੀਂ ਸੈਲ ਕਰ ਸਕਦਾ। ਅੱਛਾ ਤੁਸੀਂ ਇੱਕ ਗੱਲ ਦੱਸੋ, ਜਦੋਂ ਤੁਸੀਂ Paytm ਖੋਲਦੇ ਹੋ ਤੁਹਾਨੂੰ ਉੱਪਰ ਦਿਖਾਈ ਦਿੰਦਾ ਹੈ ਨਾ ਕਿ ਤੁਸੀਂ ਮਿਊਚੁਅਲ ਫੰਡ 'ਚ ਇਨਵੈਸਟ ਕਰ ਲਓ, ਇੰਸ਼ੋਰੈਂਸ 'ਚ ਕਰ ਲਓ। ਜੇ ਆਪਾਂ ਕਰ ਸਕਦੇ ਹਾਂ ਫਿਰ ਤਾਂ ਕਾਮਨ ਸੈਂਸ ਹੈ ਨਾ ਕਿ Paytm ਆਪ ਸਟੇਟਮੈਂਟ ਜਿਹੜੀ ਹੈ ਗਲਤ ਹੈ, ਕਿਉਂਕਿ ਪੇਮੈਂਟ ਬੈਂਕ ਜਿਹੜਾ ਹੈ ਉਹ ਇਦਾਂ ਦੀ ਸਾਰੀਆਂ ਚੀਜ਼ਾਂ ਕਰ ਸਕਦਾ ਹੈ। ਇਹ ਪੁਆਇੰਟ ਜਿਹੜਾ ਗਲਤ ਹੈ, ਇਸ ਕਰਕੇ ਸਾਡਾ ਜਿਹੜਾ ਆਪਸ਼ਨ ਹੈ ਉਹ ਡੀ ਬਣਿਆ ਕਿਉਂਕਿ ਸਾਡੇ ਕੋਲ ਇਨਕਰੈਕਟ ਪੁੱਛਿਆ ਸੀ। ਅਗਲਾ ਕੁਐਸਚਨ ਨਾਨ ਪਰਫਾਰਮਿੰਗ ਐਸੈਟ ਦੇ ਬਾਰੇ ਹੈ। ਇਹਨਾਂ ਦੀ ਕਲਾਸੀਫਿਕੇਸ਼ਨ ਬਾਰੇ। ਨਾਨ ਪਰਫਾਰਮਿੰਗ ਐਸੈਟ ਕੀ ਹੁੰਦਾ ਹੈ? ਜਿਹੜਾ ਐਸੈਟ 90 ਦਿਨ ਤੱਕ ਜਿਹੜਾ ਬੈਂਕ ਦੇ ਵਿੱਚ ਰੁਲਦਾ ਫਿਰ ਰਿਹਾ ਹੈ, ਇਹਨੂੰ ਹਜੇ ਤੱਕ ਕਲੀਅਰ ਨਹੀਂ ਕੀਤਾ ਗਿਆ।
मतलब ਤੁਸੀਂ ਕਹਿ ਸਕਦੇ ਹੋ ਕੋਈ ਇੱਕ ਲੋਨ ਹੈ ਜਿਹੜਾ ਕਿ 90 ਦਿਨ ਹੋ ਗਏ, मतलब 3 ਮਹੀਨੇ ਕਹਿ ਲਓ, 3 ਮਹੀਨੇ ਦਾ ਪੀਰੀਅਡ ਹੋ ਗਿਆ, ਇਹਦੇ ਤੋਂ ਕੋਈ ਅਮਾਉਂਟ ਨਹੀਂ ਆਈ, ਉਹਨੂੰ ਆਪਾਂ ਕੀ ਕਹਿੰਦੇ ਆ, ਐਨਪੀਏ ਕਹਿੰਦੇ ਆ। ਹੁਣ ਇਹਦੇ ਅੰਡਰ ਵੀ ਕੈਟਾਗਰੀ ਹੁੰਦੀ ਹੈ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਐਨਪੀਏ ਜਿਹੜਾ ਹੈ ਨਾ ਕਿਹੜੇ ਲੈਵਲ ਤੱਕ ਜਾ ਚੁੱਕਿਆ ਹੈ, ਕਿ ਹੁਣ ਮਿਲਣ ਦਾ ਪੈਸਾ ਕਿੰਨਾ ਕਸਾਰ ਹੈਗਾ। ਪਹਿਲਾ ਜਿਹੜਾ ਹੈ ਉਹ ਕਹਿੰਦਾ ਕਿ ਸਬ ਸਟੈਂਡਰਡ ਕੀ ਹੁੰਦਾ ਹੈ ਕਿ ਜਦੋਂ ਮੇਰਾ ਨਾਨ ਪਰਫਾਰਮਿੰਗ ਐਸੈਟ ਹੈ ਨਾ, ਉਹ मतलब ਉਹਦੀ ਉਮਰ ਕਿੰਨੀ ਹੋ ਗਈ ਹੈ, ਹੁਣ ਤੁਸੀਂ ਲਾ ਲਓ ਉਹਦੀ ਉਮਰ ਹੋ ਗਈ ਹੈ 12 ਮਹੀਨੇ, मतलब 1 ਸਾਲ ਹੋ ਗਿਆ ਕਿ ਪੈਸੇ ਹੀ ਨਹੀਂ ਮਿਲਿਆ, मतलब ਮੇਰਾ ਜਿਹੜਾ ਬੋਰੋਅਰ ਹੈ ਉਹਨੇ ਮੈਨੂੰ ਪੈਸਾ ਵਾਪਸ ਨਹੀਂ ਕੀਤਾ। ਫਿਰ ਡਾਊਟਫੁਲ ਕਦੋਂ ਬਣ ਜਾਂਦਾ ਹੈ, ਜਦੋਂ 12 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਜਾਵੇ। ਠੀਕ ਹੈ, ਹੁਣ 12 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ ਤਾਂ ਫਿਰ मतलब ਮੇਰਾ ਐਸੈਟ ਕੀ ਬਣ ਗਿਆ, ਡਾਊਟਫੁਲ ਹੋ ਗਿਆ। ਲॉस ਦਾ मतलब ਕੀ ਹੋ ਗਿਆ, ਲॉस ਦਾ मतलब ਹੁਣ ਤਾਂ ਮੇਰੇ ਕੋ ਆਣਾ ਹੀ ਨਹੀਂ, ਮੈਂ ਉਮੀਦ ਹੀ ਛੱਡ ਦਵਾਂ। ਉਹ ਕਦੋਂ ਹੋਊਗਾ, ਜਦੋਂ ਹੁਣ 12 ਮਹੀਨੇ ਤੋਂ ਉੱਪਰ ਕੀ मतलब ਹੁਣ ਟਾਈਮ ਦੀ ਲਿਮਿਟ ਛੱਡ ਦੋ। ਹੁਣ ਜੇ ਮੈਂ ਉਹਦਾ ਸਾਰਾ ਕੁਝ ਸਮਾਨ ਵੇਚ ਵਟ ਵੀ ਲਵਾਂ ਨਾ, ਜਿਹੜਾ ਉਹਨੇ ਮੈਨੂੰ ਕਹਿ ਦੋ ਕੋਲੈਟਰਲ ਦਿੱਤਾ ਸੀਗਾ, ਆਪਾਂ ਕੋਈ ਚੀਜ਼ ਗਿਰਵੀ ਰੱਖ ਕੇ ਕਈ ਵਾਰ ਲੋਨ ਲੈਂਦੇ ਆ ਨਾ, ਜੇ ਮੈਂ ਸਾਰਾ ਕੁਝ ਵੇਚ ਵਟ ਵੀ ਦਵਾਂ ਨਾ ਤਾਂ ਵੀ ਮੇਰੀ ਰਿਕਵਰੀ ਵੈਲਿਊ ਜਿਹੜੀ ਆ ਉਹ ਸ਼ਾਇਦ ਪੂਰੀ ਨਾ ਹੋ ਪਾਵੇ। ਜਿਵੇਂ ਕਿ ਵਿਜੇ ਮਾਲਿਆ ਦਾ ਕੇਸ ਲੈ ਲਓ ਤੁਸੀਂ, ਹੁਣ ਉਹਨਾਂ ਦੇ ਜਿਹੜੇ ਐਸੈਟ ਨੇ ਨਾ ਉਹ ਲਾਸ ਹੋ ਚੁੱਕੇ ਨੇ, ਇਹ ਭੁੱਲ ਜਾਓ, ਹੁਣ ਆਪਾਂ ਰਿਕਵਰ ਕਰ ਪਾਵਾਂਗੇ। ਹਨਾ, ਕੀ ਲਿਖਿਆ ਹੈ, ਜਿਹੜੀ ਕਿ ਐਸੈਟ ਅਨਕਲੈਕਟੇਬਲ ਨੇ, मतलब ਹੁਣ ਤੁਸੀਂ ਕਲੈਕਸ਼ਨ ਨਹੀਂ ਕਰ ਸਕਦੇ ਉਹਦਾ, ਤੇ ਹੁਣ ਤੁਸੀਂ ਕੋਲੈਟਰਲ ਦੇ ਥਰੂ मतलब ਕਿ ਰਿਕਵਰੀ ਵੈਲਿਊ ਕੱਢ ਲਓ ਥੋੜੀ ਬਹੁਤ, ਜਿਹੜਾ ਵੀ ਤੁਹਾਡੇ ਕੋਲ ਗਿਰਵੀ ਸਮਾਨ ਉਹਨਾਂ ਦਾ ਪਿਆ ਹੈ। ਠੀਕ ਹੈ, ਇਹ ਤਿੰਨੋਂ ਹੀ ਪੁਆਇੰਟ ਬਿਲਕੁਲ ਸਹੀ ਨੇ। ਪੇਅਰਿੰਗ ਪੁੱਛੀਏ ਕਿਹੜੀ ਕਰੈਕਟ ਹੈ, 1 2 3 ਦਾ ਆਨਸਰ ਹੈ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਇਕਨੋਮੀ ਦਾ। ਸਬ ਸਟੈਂਡਰਡ 12 ਮਹੀਨੇ ਤੋਂ ਥੱਲੇ, ਡਾਊਟਫੁਲ ਜਦੋਂ 12 ਮਹੀਨੇ ਤੋਂ ਉੱਪਰ ਹੋ ਜਾਣ, ਲॉस मतलब ਹੁਣ ਗਵਾਚ ਹੀ ਗਏ, ਨॉन परफॉर्मिंग मतलब 3 ਮਹੀਨੇ ਦੀ ਗੱਲ ਹੋ ਰਹੀ ਹੈ। ਅਗਲਾ ਕੁਐਸਚਨ ਕੀ ਹੈ, ਤੁਸੀਂ ਦੱਸਣਾ ਹੈ ਕਿ ਚੈੱਕ ਟਰੰਕੇਸ਼ਨ ਸਿਸਟਮ ਦਾ ਆਬਜੈਕਟਿਵ ਕੀ ਹੈ, ਜਿਹੜਾ ਕਿ ਆਰਬੀਆਈ ਨੇ ਇੰਟਰੋਡਿਊਸ ਕੀਤਾ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਵਧੀਆ ਕੁਐਸਚਨ ਹੈ। ਚੈੱਕ ਟਰੰਕੇਸ਼ਨ ਸਿਸਟਮ, ਜੇ ਸੋਚੋ ਤੁਹਾਨੂੰ ਨਹੀਂ ਵੀ ਆਉਂਦਾ ਇਹ ਕੁਐਸਚਨ, ਹੁਣ ਦੇਖੋ ਟਰੰਕੇਸ਼ਨ ਦਾ ਤੁਸੀਂ ਇੰਗਲਿਸ਼ ਚ ਮਤਲਬ ਲਾ ਲਓ ਕਾਮਨ ਸੈਂਸ ਦੇ ਨਾਲ, ਹਨਾ। ਇਸ ਪ੍ਰੋਸੈਸ ਨੂੰ ਫਾਸਟ ਕਰਨ ਦੀ ਗੱਲ ਹੋ ਰਹੀ ਹੈ, ਬਹੁਤ ਹੀ ਫਾਸਟ ਸਪੀਡੀ ਕਰਨ ਦੀ ਗੱਲ ਹੋ ਰਹੀ ਹੈ। मतलब ਜਿਹੜਾ ਚੈੱਕ ਦਾ ਸਿਸਟਮ ਹੁੰਦਾ ਸੀ ਨਾ ਕਿ ਪਹਿਲਾਂ ਤੁਸੀਂ ਮੈਨੂਅਲੀ ਜਾ ਕੇ ਜਮ੍ਹਾਂ ਕਰਵਾਓ, ਫਿਰ ਅੱਗੇ ਜਾਊਗਾ, ਫਿਰ ਆਰਬੀਆਈ ਕੋ ਕਿਤੇ ਜਾ ਕੇ ਪਹੁੰਚੂਗਾ ਬਹੁਤ ਦੇਰ ਬਾਅਦ। ਹੁਣ ਉਸ ਪ੍ਰੋਸੈਸ ਨੂੰ ਕੱਟ ਕੇ ਨਾ ਅਸੀਂ ਕੀ ਚਾਹੁੰਦੇ ਹਾਂ ਕਿ ਫਾਸਟ ਹੋ ਜਾਵੇ। ਪਹਿਲਾ ਪੁਆਇੰਟ ਕੀ ਕਹਿੰਦਾ ਹੈ ਕਿ ਚੈੱਕ ਦਾ ਜਿਹੜਾ ਫਲੋ ਹੈ ਉਹਨੂੰ ਬਿਲਕੁਲ ਘਟਾ ਹੀ ਦਿੱਤਾ ਜਾਵੇ, ਇਹ ਤਾਂ ਗੱਲ ਹੀ ਨਹੀਂ ਹੋ ਰਹੀ। ਚੈੱਕ ਟਰੰਕੇ ਅਸੀਂ ਫਾਸਟ ਕਰਨਾ, ਅਸੀਂ ਘਟਾਣਾ ਥੋੜੀ ਉਸ ਚੀਜ਼ ਨੂੰ। ਦੂਜਾ ਕੀ ਕਹਿ ਰਿਹਾ ਕਿ ਆਪਾਂ ਫਿਜ਼ੀਕਲ ਚੈੱਕ ਨੂੰ ਕੀ ਕਰ ਦੇਣਾ, ਡਿਸਕੰਟੀਨਿਊ ਕਰ ਦੇਣਾ, ਲੇਕਿਨ ਆਪਾਂ ਇਲੈਕਟ੍ਰੋਨਿਕ ਪ੍ਰੋਸੈਸ मतलब ਇਲੈਕਟ੍ਰੋਨਿਕ ਇਮੇਜ ਦੇ ਥਰੂ ਆਪਾਂ ਕੀ ਕਰਾਂਗੇ, ਜਲਦੀ ਕਲੀਅਰੈਂਸ ਕਰਾਵਾਂਗੇ ਚੈੱਕ ਦਾ। ਹੁਣ ਇਮੇਜ ਭੇਜ ਦੋ, ਜਾ ਕੇ ਮੈਨੂਅਲੀ ਉੱਥੇ ਜਾ ਕੇ ਚੈੱਕ ਜਮ੍ਹਾਂ ਕਰਾਓ, ਇਹ ਸਾਰਾ ਕੁਝ ਕਰੋ, ਪ੍ਰੋਸੈਸ ਜ਼ਿਆਦਾ ਲੰਬਾ ਹੈ। ਸਿੱਧਾ ਫੋਟੋ ਖਿੱਚ ਕੇ ਭੇਜੋ, ਅੱਗੇ ਜਾ ਕੇ ਜਲਦੀ ਤੋਂ ਜਲਦੀ ਤੁਹਾਡਾ ਚੈੱਕ ਜਿਹੜਾ ਕਲੀਅਰ ਹੋ ਜਾਏਗਾ, ਹਨਾ। ਇਹ ਪੁਆਇੰਟ ਜਿਹੜਾ ਇਹੀ ਸਾਡਾ ਆਨਸਰ ਹੈ, ਕਿਉਂਕਿ ਇੱਥੋਂ ਸਾਨੂੰ ਕੀ ਪਤਾ ਲੱਗਾ, ਸਾਡਾ ਇਸੇ ਹੀ ਪੁਆਇੰਟ ਦੇ ਨਾਲ ਸਾਡਾ ਪ੍ਰੋਸੈਸ ਜਿਹੜਾ ਚੈੱਕ ਦਾ ਫਾਸਟ ਹੋਵੇਗਾ, ਹਨਾ। ਵੀ ਇਹਦਾ ਆਨਸਰ ਹੈ। ਸੀ ਪੁਆਇੰਟ ਜਿਹੜਾ ਬਿਲਕੁਲ ਗਲਤ ਹੈ, ਇਲੈਕਟ੍ਰੋਨਿਕ ਡਾਟਾਬੇਸ ਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਹੈ। ਠੀਕ ਹੈ, ਇਹਦੇ ਵਿੱਚ ਲਿਖਿਆ ਹੈ ਕਿ ਜਿਹੜੇ ਚੈੱਕ ਕਲੀਅਰ ਨਹੀਂ ਹੋਏ ਉਹਨਾਂ ਦਾ ਡਾਟਾਬੇਸ, ਬਿਲਕੁਲ ਨਹੀਂ, ਗਲਤ ਪੁਆਇੰਟ। ਚੈੱਕ ਟਰੰਕੇਸ਼ਨ ਦਾ ਮਤਲਬ ਹੀ ਇਟਸੈਲਫ ਕੀ ਹੈ ਕਿ ਫਾਸਟ ਆਪਾਂ ਸਪੀਡੀ ਪ੍ਰੋਸੈਸ ਕਰਨਾ ਹੈ ਚੈੱਕ ਦਾ, ਤਾਂ ਕਿ ਸਾਡੇ ਚੈੱਕ ਦੀ ਕਲੀਅਰੈਂਸ ਹਰ ਚੀਜ਼ ਜਿਹੜੀ ਉਹ ਬਹੁਤ ਸਪੀਡੀ ਹੋ ਸਕੇ। ਪੇਮੈਂਟ ਦਾ ਤਾਂ ਕਾਰਪੋਰੇਟ ਕਸਟਮਰ ਪੇਮੈਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਾਡਾ ਆਨਸਰ ਕੀ ਹੈ, ਬੀ। ਅਗਲਾ ਕੁਐਸਚਨ ਕੀ ਹੈ, ਤੁਸੀਂ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਜਿਹੜਾ ਹੈ ਉਹ ਲਾਰਜੈਸਟ ਨੈਟਵਰਕ ਆਫ ਸ਼ੇਅਰਡ ਏਟੀਐਮ ਇਨ ਇੰਡੀਆ ਹੈ, ਜਿਹੜਾ ਕੌਣ ਰਨ ਕਰਦਾ ਹੈ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਇਹ ਯੂਪੀਐਸਸੀ ਦੇ ਵਿੱਚ ਵੀ ਕੁਐਸਚਨ ਜਿਹੜਾ ਪੁੱਛਿਆ ਜਾ ਚੁੱਕਿਆ ਹੈ, ਇੰਪੋਰਟੈਂਟ ਹੈ ਕੁਐਸਚਨ। ਯੂਪੀਐਸਸੀ ਜਿਹੜਾ ਹੈ ਨਾ ਉਹਦੇ ਵਿੱਚ ਕੁਐਸਚਨ ਡਾਇਰੈਕਟ ਨਹੀਂ ਆਇਆ ਸੀ, ਲੇਕਿਨ ਸਟੇਟਮੈਂਟ ਦੀ ਫਾਰਮ ਚ ਆਇਆ ਸੀ। ਜੇ ਤੁਸੀਂ ਬਾਈ ਚਾਂਸ ਯੂਪੀਐਸਸੀ ਦੇ ਪੇਪਰ ਵੀ ਪ੍ਰੀਵੀਅਸ ਈਅਰ ਦੇ ਦੇਖਣੇ ਹੋਣ ਤਾਂ ਪਲੀਜ਼ ਨੈਕਸਟ ਟਾਈਮ ਤੁਸੀਂ ਪੰਜਾਬ ਪੀਸੀਐਸ ਦਾ ਪੇਪਰ ਦੋ, ਤਾਂ ਪੇਪਰ ਜ਼ਰੂਰ ਦੇਖ ਕੇ ਜਾਇਓ ਯੂਪੀਐਸਸੀ ਦੇ, ਕਿਉਂਕਿ ਪੰਜਾਬ ਪੀਸੀਐਸ ਨੇ ਰੀਅਲੀ ਐਪਰੀਸ਼ੀਏਬਲ ਚੀਜ਼ ਹੈ ਕਿ ਇਹਨਾਂ ਨੇ ਬਹੁਤ ਹੀ ਸਟੈਂਡਰਡ ਨੂੰ ਮੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਯੂਪੀਐਸਸੀ ਦੇ। ਠੀਕ ਹੈ, ਹੁਣ ਜਿਹੜਾ ਲਾਰਜੈਸਟ ਨੈਟਵਰਕ ਹੈ ਨਾ ਏਟੀਐਮ ਦਾ, ਜਿਹਦੇ ਨਾਲ ਸਾਡੇ ਏਟੀਐਮ ਜਿਹੜੇ ਨੇ ਪੂਰੇ ਇੰਡੀਆ ਦੇ ਵਿੱਚ ਆਪਸ ਵਿੱਚ ਕਨੈਕਟਡ ਨੇ, ਉਹ ਕਿਹੜਾ ਹੈ, ਨੈਸ਼ਨਲ ਫਾਈਨੈਂਸ਼ੀਅਲ ਸਵਿਚ। ਇਹਦਾ ਆਨਸਰ ਕੀ ਹੈ, 46 ਦਾ ਬੀ। ਨੈਸ਼ਨਲ ਫਾਈਨੈਂਸ਼ੀਅਲ ਸਵਿਚ ਜਿਹੜਾ ਹੈ ਉਹ ਲਾਰਜੈਸਟ ਨੈਟਵਰਕ ਹੈ। ਤੇ ਤੁਹਾਨੂੰ ਕੁਐਸਚਨ ਹੁਣ ਨਾਇਬ ਸਿੱਧਾ ਆ ਸਕਦਾ ਹੈ ਕਿ ਨੈਸ਼ਨਲ ਫਾਈਨੈਂਸ਼ੀਅਲ ਸਵਿਚ ਜਿਹੜਾ ਹੈ ਨਾ ਕੌਣ ਰਨ ਕਰਦਾ ਹੈ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ। ਦੇਖੋ ਆਪਾਂ ਪੁਰਾਣੇ ਸਾਲ ਦੇ ਕੁਐਸਚਨ ਨੂੰ ਇਦਾਂ ਐਨਾਲਾਈਜ਼ ਕਰਨਾ ਹੁੰਦਾ ਹੈ ਕਿ ਅੱਗੇ ਆਉਣ ਵਾਲੇ ਚ ਨਾ ਫਿਰ ਸਾਡਾ ਕੋਈ ਵੀ ਕੁਐਸਚਨ ਗਲਤ ਨਾ ਹੋਵੇ, ਜੇ ਸਾਡੇ ਪੁਰਾਣੇ ਕੁਐਸਚਨਾਂ ਚ ਕੋਈ ਕੁਐਸਚਨ ਫਸ ਜਾਵੇ। 47ਵਾਂ ਕੁਐਸਚਨ ਕ੍ਰੈਡਿਟ ਰੇਟਿੰਗ ਏਜੰਸੀ ਦੇ ਹੈ। ਕ੍ਰੈਡਿਟ ਰੇਟਿੰਗ ਏਜੰਸੀ ਕੀ ਹੁੰਦੀਆਂ ਨੇ, ਜਿਵੇਂ ਕਿ ਮੂਡੀ ਹੋ ਗਈ, S&P ਹੋ ਗਈ, ਇਹ ਸਾਰੀਆਂ ਇਕਨੋਮੀ ਦੇ ਵਿੱਚ ਹੁੰਦੀਆਂ ਨੇ। ਐਕਚੁਅਲ ਚ ਕਰਦੀਆਂ ਕੀ ਨੇ, ਇਹ ਨਾ ਆਰਗੇਨਾਈਜੇਸ਼ਨ ਨੂੰ ਰੇਟਿੰਗ ਦਿੰਦੀਆਂ ਨੇ। ਠੀਕ ਹੈ, ਹੁਣ ਜੇ ਕਿਸੇ ਆਰਗੇਨਾਈਜੇਸ਼ਨ ਦੀ ਰੇਟਿੰਗ ਘੱਟ ਹੋ ਗਈ ਨਾ, ਮੰਨ ਕੇ ਚਲੋ ਇੱਕ ਆਰਗੇਨਾਈਜੇਸ਼ਨ ਦੀ ਰੇਟਿੰਗ C ਹੋ ਗਈ, ਇਹਦੇ ਨਾਲ ਪਤਾ ਲੱਗ ਜਾਊਗਾ ਕਿ ਯਾਰ ਮੈਂ ਇਹਦੇ 'ਚ ਇਨਵੈਸਟ ਨਹੀਂ ਕਰਨਾ, ਮੈਨੂੰ ਘਾਟਾ ਹੋ ਜਾਏਗਾ। ਜੇ ਕਿਸੇ ਦੀ A+ ਚੱਲ ਰਹੀ ਹੈ ਤਾਂ ਮੈਂ ਇਹਦੇ ਵਿੱਚ ਜਾ ਕੇ ਇਨਵੈਸਟ ਕਰੂੰਗੀ। ਇਸੇ ਕਰਕੇ ਰੇਟਿੰਗ ਜਿਹੜੀ ਹੈ ਬਣਾਈ ਗਈ। ਤੁਸੀਂ ਦੱਸਣਾ ਹੈ ਕਿ ਇਹ ਰੇਟਿੰਗ ਜਿਹੜੀ ਹੈ ਨਾ, ਇਹ ਕ੍ਰੈਡਿਟ ਰੇਟਿੰਗ ਏਜੰਸੀ ਨੂੰ ਰੈਗੂਲੇਟ ਕੌਣ ਕਰਦਾ ਹੈ ਇੰਡੀਆ ਦੇ ਵਿੱਚ? ਇਹਨੂੰ ਰੈਗੂਲੇਟ ਕਰਨ ਵਾਲੀ ਜਿਹੜੀ ਏਜੰਸੀ ਹੈ ਉਹ ਹੈਗੀ ਹੈ SEBI, ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ। ਬਹੁਤ ਇੰਪੋਰਟੈਂਟ ਏਜੰਸੀ ਹੈ। ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਹੋਰ ਵੀ ਰੈਗੂਲੇਟ ਕਰਦੀ ਹੈ। ਮਿਊਚੁਅਲ ਬੈਂਕ ਨੂੰ ਰੈਗੂਲੇਟ ਕਰਦੀ ਹੈ। ਸਾਡਾ ਸ਼ੇਅਰ ਮਾਰਕੀਟ ਜਿਹੜਾ ਹੈ ਉਹਨੂੰ ਪੂਰਾ ਕੌਣ ਰੈਗੂਲੇਟ ਕਰਦਾ ਹੈ?
ਸਾਡੀ ਸੇਬੀ ਹੀ ਰੈਗੂਲੇਟ ਕਰਦੀ ਹੈ, ਕ੍ਰੈਡਿਟ ਰੇਟਿੰਗ ਏਜੰਸੀ ਨੂੰ ਵੀ ਇਹੀ ਰੈਗੂਲੇਟ ਕਰਦੀ ਹੈ। ਅਗਲਾ ਕੁਐਸਚਨ ਟ੍ਰੈਡ ਤੇ ਹੈ। ਇਹਦੇ ਵਿੱਚ ਤੁਸੀਂ ਦੱਸਣਾ ਇਨਕਰੈਕਟ ਸਟੇਟਮੈਂਟ ਕਿਹੜੀ ਹੈ। ਟ੍ਰੈਡ ਜਿਹੜਾ ਇਹ ਵੀ ਇਕਨੋਮੀ ਦਾ ਕੁਐਸਚਨ ਹੈ, ਇਕਨੋਮੀ ਦੀ ਬੇਸਿਕ ਦੇ ਵਿੱਚ ਤੁਸੀਂ ਇਹ ਪੜਿਆ ਹੋਏਗਾ। ਪਹਿਲੀ ਸਟੇਟਮੈਂਟ ਦੇਖੋ, ਇਹਦੀ ਫੁੱਲ ਫਾਰਮ ਕੀ ਦੱਸੀ ਹੈ, ਟ੍ਰੇਡ ਰਿਲੇਟਡ ਡਿਸਕਾਊਂਟਿੰਗ ਸਿਸਟਮ। ਇਹ ਬਿਲਕੁਲ ਗਲਤ ਹੈ। ਜੇ ਤੁਹਾਨੂੰ ਫੁੱਲ ਫਾਰਮ ਹੀ ਪਤਾ ਹੋਏਗੀ ਨਾ, ਹੁਣ ਦੇਖੋ ਤੁਹਾਨੂੰ ਪੰਜਾਬ ਪੀਸੀਐਸ ਜੀ ਇਦਾਂ ਪੁੱਛ ਲੈਂਦਾ ਕਿ ਤੁਸੀਂ ਟ੍ਰੈਡ ਦੀ ਫੁੱਲ ਫਾਰਮ ਦੱਸ ਦਿਓ। ਪਹਿਲਾਂ ਦੇ ਕੁਐਸਚਨ ਇਦਾਂ ਆਉਂਦੇ ਹੁੰਦੇ ਸੀ ਨਾ, ਫੁੱਲ ਫਾਰਮ ਦੱਸ ਦਿਓ, 4 ਆਪਸ਼ਨ ਦੇਤੇ, ਉਹਦੇ ਵਿੱਚ ਤੁਹਾਨੂੰ ਪਹਿਲਾ ਆਪਸ਼ਨ ਪਾ ਦਿੱਤਾ ਇਹਨਾਂ ਨੇ ਕਿ ਆਹ ਵਾਲਾ ਆ। ਹੁਣ ਆ ਤਾਂ ਫੁੱਲ ਫਾਰਮ ਹੈ ਹੀ ਨਹੀਂ, ਮੈਂ ਗਲਤ ਕਰਤਾ ਇਹਨੂੰ, ਠੀਕ ਹੈ। ਮੈਨੂੰ ਸਹੀ ਫੁੱਲ ਫਾਰਮ ਤਾਂ ਪਤਾ ਹੀ ਹੋਣੀ ਚਾਹੀਦੀ ਸੀ ਆਬਵੀਅਸਲੀ। ਹੁਣ ਇਹਨੇ ਬਸ ਕੀਤਾ ਇਹ ਹੈ ਕਿ ਸਟੇਟਮੈਂਟ ਨੂੰ ਵੱਡਾ ਕਰ ਦਿੱਤਾ। ਇਹਨੂੰ ਤੁਸੀਂ ਕਹਿ ਸਕਦੇ ਹੋ ਥੋੜਾ ਤੁਹਾਨੂੰ ਡਰਾਇਆ ਜਾ ਰਿਹਾ ਹੈ ਕਿ ਤੁਸੀਂ ਡਰ ਜਾਓ, ਤੁਹਾਡਾ ਕੁਐਸਚਨ ਜਿਹੜਾ ਗਲਤ ਹੋ ਜਾਏ। ਤੁਸੀਂ ਇਦਾਂ ਸੋਚੋ ਯਾਰ ਇੰਨੇ ਵੱਡੇ ਵੱਡੇ ਕੁਐਸਚਨ ਆ ਗਏ, ਪਰ ਤੁਸੀਂ ਘਬਰਾਣਾ ਨਹੀਂ ਹੈ ਬਿਲਕੁਲ ਵੀ, ਕਿਉਂਕਿ ਦੇਖੋ ਕਿੰਨੀ ਬਿਲਕੁਲ ਹੀ ਕਾਮਨ ਸੈਂਸ ਦੀ ਗੱਲ ਹੈ। ਜੇ ਮੈਨੂੰ ਫੁੱਲ ਫਾਰਮ ਪਤਾ ਹੈ ਨਾ ਤਾਂ ਮੈਂ ਸਿੱਧਾ ਆਨਸਰ ਕੱਢ ਲੂੰਗੀ। ਇਨਕਰੈਕਟ ਫਰਸਟ ਹੀ ਹੈ, ਕਿਉਂਕਿ ਫੁੱਲ ਫਾਰਮ ਇਹਦੀ ਟ੍ਰੇਡ ਰਿਸੀਵੇਬਲ ਡਿਸਕਾਊਂਟਿੰਗ ਸਿਸਟਮ ਹੈ, ਨਾ ਕਿ ਰਿਲੇਟਡ ਡਿਸਕਾਊਂਟਿੰਗ ਸਿਸਟਮ ਹੈ। ਹੁਣ ਥੋੜਾ ਜਿਹਾ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ। ਤਿੰਨੋਂ ਪੁਆਇੰਟ ਜਿਹੜੇ ਅਗਲੇ ਨੇ ਉਹ ਸਹੀ ਨੇ। ਇਹ ਆਰਬੀਆਈ ਦਾ ਇਨੀਸ਼ੀਏਟਿਵ ਹੈ ਬਿਲਕੁਲ ਡੈਫੀਨਿਟਲੀ। ਇਹ ਐਮਐਸਐਮਈ ਜਿਹੜੇ ਨੇ ਨਾ ਉਹਨਾਂ ਵਾਸਤੇ ਇਨੀਸ਼ੀਏਟਿਵ ਜਿਹੜਾ ਲਿਆ ਗਿਆ। ਕਿਉਂ ਲਿਆ ਗਿਆ? ਐਕਚੁਅਲ ਦੇ ਵਿੱਚ ਹੈ ਕੀ, ਟ੍ਰੇਡ ਰਿਸੀਵੇਬਲ ਡਿਸਕਾਊਂਟਿੰਗ ਸਿਸਟਮ। ਹੁਣ ਜਿਵੇਂ ਮੈਂ ਕਿਸੇ ਬੰਦੇ ਤੋਂ ਸਮਾਨ ਖਰੀਦਿਆ ਹੈ ਨਾ, ਉਹ ਮੈਨੂੰ ਉਸ ਟਾਈਮ ਤੇ ਪੈਸਾ ਨਹੀਂ ਦੇ ਪਾ ਰਿਹਾ, ਉਹਨੇ ਮੈਨੂੰ ਬਿੱਲ ਦੇਤਾ ਕਿ ਮੈਂ ਤੈਨੂੰ ਇੰਨੀ ਤਰੀਕ ਨੂੰ ਪੈਸਾ ਦੇ ਦੂੰਗਾ, ਪਰ ਯਾਰ ਮੈਨੂੰ ਹੁਣੇ ਪੈਸਾ ਚਾਹੀਦਾ ਕਿ ਮੈਨੂੰ ਬਹੁਤ ਅਰਜੈਂਟ ਨੀਡ ਆ ਗਈ, ਪਰ ਹੁਣ ਉਹ ਤਾਂ ਮੈਨੂੰ ਪੈਸਾ ਦੇ ਨਹੀਂ ਸਕਦਾ ਜਿਹਨੂੰ ਮੈਂ ਸਮਾਨ ਵੇਚਿਆ। ਮੈਂ ਕੀ ਕਰਾਂਗੀ, ਆਰਬੀਆਈ ਨੇ ਇਦਾਂ ਦੀਆਂ ਏਜੰਸੀਜ਼ ਖੋਲੀਆਂ ਨੇ, ਮੈਂ ਉਹਨਾਂ ਕੋਲ ਜਾਵਾਂਗੀ, ਆਪਣਾ ਬਿੱਲ ਉੱਥੇ ਦੇ ਦੂੰਗੀ, ਤੇ ਉਹ ਕੀ ਕਰੂਗੇ, ਬਿੱਲ ਤੋਂ ਆਪਣਾ ਥੋੜਾ ਜਿਹਾ ਡਿਸਕਾਊਂਟ ਕੱਢ ਲੂਗੇ ਤੇ ਬਾਕੀ ਪੈਸਾ ਉਹ ਮੈਨੂੰ ਦੇ ਦੂਗੇ, ਠੀਕ ਹੈ। ਹੁਣ ਉਹਨਾਂ ਨੇ ਮੈਨੂੰ ਪੈਸਾ ਦੇ ਦਿੱਤਾ, ਮੇਰੀ ਲੋੜ ਪੂਰੀ ਹੋ ਗਈ। ਜਿਹੜਾ ਬੰਦਾ ਸੀਗਾ ਨਾ, ਇਹ ਸਿੱਧਾ ਜਾ ਕੇ ਜਾਂ ਤਾਂ ਇਹਨਾਂ ਨੂੰ ਪੈਸਾ ਦੇ ਦੇਗਾ, ਜਾਂ ਫਿਰ ਜਦੋਂ ਮੈਨੂੰ ਦੇਗਾ ਮੈਂ ਇਹਨਾਂ ਨੂੰ ਪੈਸਾ ਵਾਪਸ ਕਰ ਦੂੰਗੀ। ਇਹਦੇ ਵਿੱਚ ਏਜੰਸੀ ਨੂੰ ਫਾਇਦਾ ਕੀ ਹੋਇਆ, ਜਿਹੜਾ ਇਹਨਾਂ ਨੇ ਥੋੜਾ ਜਿਹਾ ਡਿਸਕਾਊਂਟ ਕੱਟਿਆ ਨਾ ਜਦੋਂ ਮੈਂ ਇਹਨਾਂ ਨੂੰ ਬਿੱਲ ਜਮ੍ਹਾਂ ਕਰਵਾਇਆ, ਉਹੀ ਇਹਨਾਂ ਦਾ ਪ੍ਰੋਫਿਟ ਹੈ। ਆਹੀ ਸਟੇਟਮੈਂਟ ਜਿਹੜੀ ਹੈ ਨਾ ਇੱਥੇ ਵਧਾ ਕੇ ਲਿਖੀ ਹੈ, ਬਸ ਤੁਹਾਨੂੰ ਮੈਂ ਬਿਲਕੁਲ ਨਾਰਮਲ ਸ਼ਬਦ ਦੇ ਵਿੱਚ ਇਹ ਚੀਜ਼ ਸਮਝਾਤੀ। ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਏਗੀ। ਅਗਲਾ ਕੁਐਸਚਨ ਐਂਜਲ ਟੈਕਸ ਤੇ ਹੈ, ਬਹੁਤ ਇੰਪੋਰਟੈਂਟ ਹੈ। ਐਂਜਲ ਟੈਕਸ ਰੈਗੂਲਰਲੀ ਨਿਊਜ਼ 'ਚ ਸੀਗਾ, ਆਰਟੀਕਲਸ ਇੰਨੇ ਜ਼ਿਆਦਾ ਹੈ ਤੁਸੀਂ ਹੱਦ ਹੀ ਛੱਡ ਦਿਓ, ਠੀਕ ਹੈ। ਸਟਾਰਟਅਪ ਜਿਹੜਾ ਹੈ ਨਾ, ਉਹ ਕੀ ਹੈ, ਰਜਿਸਟਰ ਕੀਤਾ ਜਾਂਦਾ ਹੈ ਵਿਦ ਡਿਪਾਰਟਮੈਂਟ ਆਫ ਇੰਡਸਟਰੀਅਲ ਪਾਲਿਸੀ ਐਂਡ ਪ੍ਰਮੋਸ਼ਨ, ਜਿਹੜੀ ਕਿ ਸਾਡੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਦੇ ਅੰਡਰ ਆਉਂਦੀ ਹੈ। ਹੁਣ ਤੁਸੀਂ ਦੱਸਣਾ ਹੈ ਇਹਨਾਂ ਤੇ ਐਂਜਲ ਟੈਕਸ ਜਿਹੜੇ ਨੇ ਉਹਨਾਂ ਨੂੰ ਐਗਜ਼ਾਮਟ ਕਰ ਦਿੱਤਾ ਗਿਆ ਹੈ। ਮਤਲਬ ਜਿਹੜੇ ਸਟਾਰਟਅਪ ਨੇ ਨਾ, ਜਿਹੜੇ ਕਿ ਇਸ ਮਤਲਬ ਕੀ ਕਹਿੰਦੇ ਹੁੰਦੇ ਆ ਡਿਪਾਰਟਮੈਂਟ ਦੇ ਨਾਲ ਰਜਿਸਟਰਡ ਨੇ, ਉਹਨਾਂ ਤੇ ਐਂਜਲ ਟੈਕਸ ਨਹੀਂ ਲਗਾਇਆ ਜਾਏਗਾ। ਕੁਝ ਕੰਡੀਸ਼ਨਸ ਨੇ ਜਿਹਦੇ ਥਰੂ ਨਹੀਂ ਲਗਾਇਆ ਜਾਏਗਾ। ਤੁਸੀਂ ਦੱਸਣਾ ਐਂਜਲ ਟੈਕਸ ਦਾ ਮਤਲਬ ਕੀ ਹੈ। ਐਂਜਲ ਟੈਕਸ ਮੈਂ ਤੁਹਾਨੂੰ ਸਿੰਪਲ ਵਰਡਸ 'ਚ ਦੱਸ ਦਿੰਦੀ ਹਾਂ। ਹੁੰਦਾ ਕੀ ਹੈ, ਐਂਜਲ ਦਾ ਮਤਲਬ ਕਿ ਮੇਰੇ ਵਾਸਤੇ ਕੋਈ ਦੇਵਤਾ ਆ ਗਿਆ। ਹੁਣ ਜਿਵੇਂ ਮੈਂ ਅੱਜ ਦੇਖੋ ਕੋਈ ਬਿਜ਼ਨਸ ਖੋਲਣਾ, ਮੇਰੇ ਕੋਲ ਪੈਸਾ ਨਹੀਂ ਹੈ, ਮੇਰੇ ਕਿਸੇ ਫਰੈਂਡ ਨੇ ਮੈਨੂੰ ਪੈਸਾ ਦੇ ਦਿੱਤਾ, ਫਿਰ ਮੇਰੇ ਮਤਲਬ ਸਮਝ ਲਓ ਤੁਸੀਂ ਮਾਮਾ ਜੀ ਨੇ ਮੈਨੂੰ ਪੈਸਾ ਦੇ ਦਿੱਤਾ, ਮੇਰੀ ਭੈਣ ਨੇ ਮੈਨੂੰ ਪੈਸਾ ਦੇ ਦਿੱਤਾ, ਇਹ ਸਾਰੇ ਮੇਰੇ ਵਾਸਤੇ ਦੇਵਤਾ ਬਣ ਕੇ ਆ ਗਏ। ਐਂਜਲ ਨੇ ਮੇਰੇ ਵਾਸਤੇ, ਕਿਉਂਕਿ ਮੈਂ ਸਟਾਰਟਅਪ ਖੋਲਣਾ ਸੀ, ਮੇਰੇ ਕੋਲ ਪੈਸਾ ਨਹੀਂ ਸੀ, ਪਰ ਇਹਨਾਂ ਨੇ ਮੈਨੂੰ ਪੈਸਾ ਦੇ ਦਿੱਤਾ, ਇਸ ਕਰਕੇ ਆਪਾਂ ਇਹਨਾਂ ਨੂੰ ਐਂਜਲ ਇਨਵੈਸਟਰ ਕਹਿੰਦੇ ਆ। ਹੁਣ ਐਂਜਲ ਟੈਕਸ, ਹੁਣ ਜਿੱਦਾਂ ਦੇਖੋ ਮੈਂ ਬਿਜ਼ਨਸ ਖੋਲਣ ਬਹਿ ਗਈ ਤੇ ਮੈਨੂੰ ਸਾਰਿਆਂ ਨੇ ਪੈਸਾ ਦੇ ਦਿੱਤਾ, ਉਹ ਮੇਰੇ ਵਾਸਤੇ ਐਂਜਲ ਹੋ ਗਏ। ਟੈਕਸ ਕਿਉਂ ਲਗਾਊਗੀ ਸਰਕਾਰ ਮੇਰੇ ਤੇ? ਮੈਂ ਸਟਾਰਟਅਪ ਖੋਲ ਰਹੀ ਹਾਂ ਨਾ। ਹੁਣ ਟੈਕਸ ਕਿਉਂ ਲਗਾਇਆ ਜਾ ਰਿਹਾ ਹੈ? ਕਿਉਂ ਇਸ ਟੈਕਸ ਦੀ ਗੱਲ ਹੋ ਰਹੀ ਹੈ? ਜਦੋਂ ਮੈਂ ਕੋਈ ਨਵਾਂ ਬਿਜ਼ਨਸ ਖੋਲ ਰਹੀ ਹਾਂ, ਮੇਰੇ ਤੇ ਤਾਂ ਟੈਕਸ ਨਹੀਂ ਲੱਗਣਾ ਚਾਹੀਦਾ, ਮੈਨੂੰ ਤਾਂ ਇਨਕਰੇਜ ਕਰਨਾ ਚਾਹੀਦਾ ਸੀ, ਪਰ ਇਹ ਕਿਉਂ ਖੋਲ ਰਹੇ ਨੇ ਐਕਚੁਅਲ ਦੇ ਵਿੱਚ? ਜਿਵੇਂ ਮੈਂ ਸਪੋਜ਼ ਕਰਦੀ ਹਾਂ ਕਿ ਮੇਰੇ ਫਰੈਂਡ ਨੇ ਜਿਹੜਾ ਮੈਨੂੰ ਪੈਸਾ ਦਿੱਤਾ ਉਹ ਬਲੈਕ ਮਨੀ ਸੀਗਾ, ਉਹਨੇ ਮੈਨੂੰ ਨਾ 1 ਲੱਖ ਰੁਪਏ ਦਿੱਤਾ ਸਿੱਧਾ, ਤੇ ਮੈਂ ਆਪਣੀ ਸ਼ੇਅਰ ਦੀ ਕੀਮਤ ਜਿਹੜੀ ਮਾਰਕੀਟ 'ਚ ਰੱਖੀ ਸੀ ਨਾ, ਉਹ ਰੱਖੀ ਸੀ 200 ਰੁਪਏ। ਜੇ ਮੈਂ ਸ਼ੇਅਰ ਦੀ ਕੀਮਤ ਮਾਰਕੀਟ 'ਚ 200 ਰੱਖੀ, ਮੇਰੇ ਫਰੈਂਡ ਨੇ ਮੈਨੂੰ 1 ਲੱਖ ਰੁਪਏ ਦਿੱਤਾ, ਤਾਂ ਇੱਥੋਂ ਸਰਕਾਰ ਨੂੰ ਕੀ ਹਿੰਟ ਮਿਲਦਾ ਹੋਊਗਾ ਕਿ ਮੇਬੀ ਮੇਰੇ ਫਰੈਂਡ ਕੋ ਬਲੈਕ ਮਨੀ ਹੈ, ਜਿਹਨੂੰ ਵਾਈਟ ਕਰਨ ਵਾਸਤੇ ਉਹਨੇ ਮੈਨੂੰ 1 ਲੱਖ ਰੁਪਏ ਦਿੱਤਾ, ਜਦ ਕਿ ਮੇਰੇ ਸ਼ੇਅਰ ਦੀ ਵੈਲਿਊ ਤਾਂ 200 ਰੁਪਏ ਹੀ ਹੈ ਮਾਰਕੀਟ ਦੇ ਵਿੱਚ, ਕੋਈ ਮੈਨੂੰ 1 ਲੱਖ ਕਿਉਂ ਦੇ ਰਿਹਾ? ਇਸ ਕਰਕੇ ਟੈਕਸ ਜਿਹੜੇ ਸੀ ਨਾ, ਇਹਨੂੰ ਇੰਟਰੋਡਿਊਸ ਕੀਤਾ ਗਿਆ। ਹੁਣ ਇਹ ਚਾਰੋਂ ਆਪਸ਼ਨ ਦੇ ਵਿੱਚ ਆਪਾਂ ਮੋਸਟ ਪ੍ਰੈਫਰੇਬਲ ਲੱਭਣਾ ਹੈ, ਜਿਹੜਾ ਕਿ ਸਾਡਾ ਆਨਸਰ ਹੈ, ਜਿਹੜਾ ਟੌਪਿਕ ਮੈਂ ਤੁਹਾਨੂੰ ਹੁਣੀ ਥੋੜਾ ਸਮਝਾਇਆ। ਇਹਦਾ ਜਿਹੜਾ ਸਹੀ ਆਨਸਰ ਹੈ 49 ਦਾ, ਉਹ ਸੀ ਹੈ। ਸਿੱਧੀ ਸਟੇਟਮੈਂਟ ਹੁਣ ਤੁਸੀਂ ਪੜੋਗੇ ਨਾ, ਤੁਹਾਨੂੰ ਸਮਝ ਲੱਗ ਜਾਏਗਾ ਮੈਂ ਤੁਹਾਨੂੰ ਕੀ ਸਮਝਾ ਰਹੀ ਸੀ। ਇਹਦੇ ਵਿੱਚ ਕੀ ਲਿਖਿਆ ਹੈ, ਟੈਕਸ ਪੇਏਬਲ ਔਨ ਕੈਪੀਟਲ, ਉਸ ਕੈਪੀਟਲ ਤੇ ਲੱਗਣ ਵਾਲਾ ਟੈਕਸ ਜਿਹੜਾ ਕਿ ਇੱਕ ਅਨਲਿਸਟਡ ਕੰਪਨੀ, ਜਿਵੇਂ ਕਿ ਮੈਂ ਕੋਈ ਕੰਪਨੀ ਖੋਲ ਰਹੀ ਸੀਗੀ, ਉਹਦੇ ਤੇ ਲਗਾਇਆ ਜਾਂਦਾ ਹੈ। ਕਦੋਂ ਲਗਾਇਆ ਜਾਂਦਾ ਹੈ? ਜਦੋਂ ਕਿ ਸ਼ੇਅਰ ਪ੍ਰਾਈਸ ਦੀ ਜਿਹੜੀ ਵੈਲਿਊ ਹੈ ਨਾ, ਉਹ ਦੇਖੀ ਜਾਵੇ ਕਿ ਤੁਹਾਡੀ ਮਾਰਕੀਟ ਵੈਲਿਊ ਤੋਂ ਬਹੁਤ ਹੀ ਜ਼ਿਆਦਾ ਹੈ, ਹਨਾ। ਮੈਂ ਤੁਹਾਨੂੰ ਹੁਣੇ ਕਿਹਾ ਨਾ, ਸ਼ੇਅਰ ਪ੍ਰਾਈਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਵੇ ਤੁਹਾਡੀ ਮਾਰਕੀਟ ਵੈਲਿਊ ਤੋਂ। ਮਾਰਕੀਟ 'ਚ ਮੇਰਾ ਸ਼ੇਅਰ 200 ਰੁਪਏ ਦਾ ਹੈ ਤੇ ਮੇਰੇ ਫਰੈਂਡ ਨੇ ਖਰੀਦ ਲਿਆ 1 ਲੱਖ ਰੁਪਏ ਦਾ, ਇਸ ਕਰਕੇ ਜਿਹੜੀ ਹੈ ਨਾ, ਇਹ ਵੈਲਿਊ ਜ਼ਿਆਦਾ ਹੋਣ ਕਰਕੇ ਸਰਕਾਰ ਨੇ ਟੈਕਸ ਜਿਹੜਾ ਇੰਟਰੋਡਿਊਸ ਕੀਤਾ। ਇਹ ਇਹਦੀ ਡੈਫੀਨੇਸ਼ਨ ਹੈ। ਹੁਣ ਤੁਸੀਂ ਜਦੋਂ ਕਨਸੈਪਟ ਸਮਝੋ ਨਾ, ਫਿਰ ਤੁਹਾਨੂੰ ਵਰਡਸ ਦੇ ਥਰੂ ਸਮਝਣ ਵਿੱਚ ਦੇਰ ਨਹੀਂ ਲੱਗਦੀ। ਇਹਦਾ ਆਨਸਰ ਸੀ ਹੈ। ਇਸ ਕਰਕੇ ਐਂਜਲ ਟੈਕਸ ਲਗਾਇਆ ਗਿਆ, ਕਿਉਂਕਿ ਇਹਦੇ ਥਰੂ ਬਹੁਤ ਸਾਰੀ ਬਲੈਕ ਮਨੀ ਵਾਈਟ ਕੀਤੀ ਜਾ ਰਹੀ ਸੀ। ਮਨੀ ਲਾਂਡਰਿੰਗ ਦੇ ਕੇਸਿਸ ਬਹੁਤ ਜ਼ਿਆਦਾ ਸੀਗੇ, ਕਿਉਂਕਿ ਲੋਕੀ ਕੀ ਕਰਦੇ ਸੀ, ਆਪਣਾ 1.5-2 ਲੱਖ ਰੁਪਇਆ ਐਂਜਲ ਬਣ ਕੇ ਦੇ ਦਿੰਦੇ ਸੀਗੇ ਸਾਹਮਣੇ ਵਾਲੇ ਨੂੰ, ਤੇ ਸਰਕਾਰ ਨੂੰ ਇਦਾਂ ਲੱਗਦਾ ਸੀ ਕਿ ਇਹ ਤਾਂ ਵਾਈਟ ਕਰ ਰਹੇ ਨੇ, ਹਨਾ।
ਇਸ ਕਰਕੇ ਤੁਹਾਡੀ ਵੈਲਿਊ ਜਿਹੜੀ ਮਾਰਕੀਟ ਦੇ ਵਿੱਚ ਹੈ ਨਾ, ਜੇ ਮਾਰਕੀਟ 'ਚ ਮੇਰਾ ਸ਼ੇਅਰ 1 ਲੱਖ ਦਾ ਹੈ ਤਾਂ ਫੇਰ ਮੈਨੂੰ ਦੇ ਦਿਓ 1 ਲੱਖ, ਫੇਰ ਕੋਈ ਟੈਕਸ ਦੀ ਚਿੰਤਾ ਹੀ ਨਹੀਂ ਮੈਨੂੰ, ਹਨਾ। ਇਹ ਚੀਜ਼ ਧਿਆਨ ਰੱਖਣੀ ਹੈ ਕਿ ਐਕਸੈਸ ਨਹੀਂ ਹੋਣੀ ਚਾਹੀਦੀ। ਓਰੀਜਨਲ ਵੈਲਿਊ ਜੋ ਹੈ ਨਾ ਉਹਦਾ ਹੀ ਤੁਹਾਨੂੰ ਪ੍ਰਾਈਸ ਮਿਲੇ। ਜੇ ਨਹੀਂ ਮਿਲ ਰਿਹਾ, ਜੇ ਜ਼ਿਆਦਾ ਹੈ ਨਾ ਵੈਲਿਊ, ਫਿਰ ਤੁਹਾਨੂੰ ਇਹ ਟੈਕਸ ਭਰਨਾ ਪਏਗਾ। ਅਗਲਾ ਕੁਐਸਚਨ, यूजर प्रिंसिपल स्टेटस, यूजर सबसिडायरी स्टेटस, यूजर प्रिंसिपल एंड सबसिडायरी स्टेटस, ਇਹ ਸਾਰੀਆਂ ਅਪਰੋਚਸ ਜਿਹੜੀਆਂ ਨੇ ਉਹ ਕਿਹਦੇ ਮੇਜ਼ਰਮੈਂਟ ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਨੇ। ਮੈਂ ਤੁਹਾਨੂੰ ਦੱਸਦਾ ਇਹ ਕੁਐਸਚਨ ਕਿਉਂ ਫਾਰਮ ਹੋਇਆ, ਕਿਉਂਕਿ ਪੀਰੀਓਡਿਕ ਲੇਬਰ ਫੋਰਸ ਸਰਵੇ ਰਿਪੋਰਟ ਜਿਹੜੀ ਸੀ ਉਹ ਆਈ 2018 ਦੇ ਲੱਗ ਆਈ ਸੀ, ਪਰ ਇਹ 2020 ਦੇ ਵਿੱਚ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹੀ। ਇਹਦੇ ਅੰਡਰ ਜਿਹੜੀ ਕੈਟਾਗਰੀ ਦੇ ਥਰੂ ਜੱਜ ਕੀਤਾ ਗਿਆ ਨਾ ਅਨਇੰਪਲੋਇਮੈਂਟ ਰੇਟ ਨੂੰ, ਕਿ ਸਾਡੇ ਕੰਟਰੀ 'ਚ ਕਿੰਨਾ ਅਨਇੰਪਲੋਇਮੈਂਟ ਰੇਟ ਹੈਗਾ ਹੈ, ਉਹ ਇਹੀ ਕੈਟਾਗਰੀਜ਼ ਯੂਜ਼ ਕੀਤੀਆਂ ਗਈਆਂ। ਇਹਦਾ ਮਤਲਬ ਇਹ ਅਪਰੋਚ ਜਿਹੜੀ ਹੈ ਨਾ ਇਹਨੂੰ ਅਨਇੰਪਲੋਇਮੈਂਟ ਮੇਜ਼ਰ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਇੱਕ ਚੀਜ਼ ਹੋਰ, ਇਹ ਰਿਪੋਰਟ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਰਹੀ, ਕਿਉਂਕਿ ਐਕਚੁਅਲ 'ਚ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸਾਡਾ ਅਨਇੰਪਲੋਇਮੈਂਟ ਰੇਟ ਬਹੁਤ ਹੀ ਸਾਲਾਂ ਤੋਂ ਜ਼ਿਆਦਾ ਹੈ। ਇਸ ਕਰਕੇ ਇਹਦੇ ਆਰਟੀਕਲਸ ਬਹੁਤ ਸਾਰੇ ਆਉਂਦੇ ਸੀ। ਇਸੇ ਕਰਕੇ ਕੁਐਸਚਨ ਜਿਹੜਾ ਪੰਜਾਬ ਗਵਰਨਮੈਂਟ ਪੀਪੀਐਸਸੀ 'ਚ ਮੇ ਵੀ ਫਾਰਮ ਕੀਤਾ ਗਿਆ। ਅਨਇੰਪਲੋਇਮੈਂਟ ਇਹਦਾ ਸਹੀ ਆਂਸਰ ਹੈ। ਇਹ ਐਕਚੁਅਲ ਦੇ ਵਿੱਚ ਸਾਰੇ ਸਟੇਟਸ ਹੁੰਦੇ ਕੀ ਨੇ, ਪੁੱਛਿਆ ਜਾਏਗਾ ਕਿ ਤੁਸੀਂ 1 ਸਾਲ 'ਚ ਜਾਂ 12 ਦਿਨ 'ਚ ਜਾਂ 14 ਦਿਨ 'ਚ ਕਿੰਨੀ ਵਾਰ ਇੰਪਲੋਇਡ ਰਹੇ, ਕਿੰਨੇ ਘੰਟੇ ਕੰਮ ਕੀਤਾ। ਅਲੱਗ-ਅਲੱਗ ਸਟੇਟਸ ਡਿਸਾਈਡ ਕੀਤੇ ਜਾਂਦੇ ਨੇ। ਕੋਈ 1 ਸਾਲ ਪੁੱਛੂਗਾ, 6 ਮਹੀਨੇ ਪੁੱਛੂਗਾ, ਫਿਰ ਇਹਨਾਂ ਆਪਾਂ ਜੱਜ ਕਰਦੇ ਹਾਂ ਕਿ ਸਾਡੇ ਕੰਟਰੀ 'ਚ ਅਨਇੰਪਲੋਇਮੈਂਟ ਰੇਟ ਕਿੰਨਾ ਹੈ। ਅਨਇੰਪਲੋਇਮੈਂਟ ਵਾਸਤੇ ਇਹ ਯੂਜ਼ ਕੀਤੇ ਜਾਂਦੇ ਨੇ। ਸੋ ਦੈਟ ਇਜ਼ ਇਟ। ਸਾਡੇ 50 ਕੁਐਸਚਨਸ ਆਲਮੋਸਟ ਹੋ ਗਏ ਨੇ। ਹੁਣ ਅੱਗੇ ਵਾਲੇ 2 ਪਾਰਟਸ ਹੋਰ ਆਣਗੇ ਜਿਹਦੇ ਵਿੱਚ ਅਸੀਂ 50 ਜਿਹੜੇ ਨੇ ਰਿਮੇਨਿੰਗ ਉਹਨਾਂ ਨੂੰ ਖਤਮ ਕਰਾਂਗੇ। ਆਈ ਹੋਪ ਤੁਹਾਨੂੰ ਇਹ ਡਿਸਕਸ਼ਨ ਥੋੜਾ ਯੂਜ਼ਫੁਲ ਲੱਗ ਰਿਹਾ ਹੋਵੇਗਾ। ਤੁਹਾਡੀ ਕੋਈ ਵੀ ਕੁਐਰੀ ਹੋਵੇ ਤੁਸੀਂ ਪਲੀਜ਼ ਇਹਨਾਂ ਕੰਟੈਕਟ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ। ਪੜ੍ਹਦੇ ਰਹੋ, ਕਿਉਂਕਿ ਸਾਡੇ ਵਾਸਤੇ ਡਿਸਕਸ਼ਨ ਇਸ ਲਈ ਜ਼ਰੂਰੀ ਨੇ, ਅੱਗੇ ਆਉਣ ਵਾਲੇ ਐਗਜ਼ਾਮਸ ਵਿੱਚ ਵੀ ਮੇਬੀ ਇਹਨਾਂ ਚੋਂ ਕੁਐਸਚਨ ਜਿਹੜੇ ਨੇ ਉਹ ਨਿਕਲ ਸਕਣ। ਇੱਥੋਂ ਸਾਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਹੈ ਕਿ ਅਸੀਂ ਕਿੱਥੇ ਤੱਕ ਕਵਰੇਜ ਕਰੰਟ ਅਫੇਅਰ ਦਾ ਕਰਨਾ ਹੈ, ਕਿੰਨੇ ਪਿੱਛੇ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹਨੇ ਜਾ ਕੇ ਕੁਐਸਚਨ ਫਰੇਮ ਕੀਤੇ ਨੇ। ਇਸ ਕਰਕੇ ਹਰ ਇੱਕ ਜਿਹੜੀ ਲਾਈਨ ਨੂੰ ਧਿਆਨ ਨਾਲ ਸੁਣਿਆ ਕਰੋ, ਸਮਝਿਆ ਕਰੋ। ਆਪਣੇ ਡਾਊਟ ਨੂੰ ਕਮੈਂਟ ਸੈਕਸ਼ਨ 'ਚ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਤੇ ਕੰਟੈਕਟ ਨੰਬਰਸ ਤੇ ਕੰਟੈਕਟ ਕਰਕੇ ਕੁਐਰੀ ਵੀ ਆਪਣੀ ਕਲੀਅਰ ਕਰ ਸਕਦੇ ਹੋ। So all the best. Thank you very much.